ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪੀਐਸ ਟੈਟ ਦੇ ਐਗਜ਼ਾਮ CDP ਜੋ ਕਿ ਇੰਪੋਰਟੈਂਟ ਟੌਪਿਕ ਹੈ, ਆਪਾਂ ਉਹਦੇ ਪ੍ਰੀਵੀਅਸ ਈਅਰ ਦੇ ਜਿਹੜੇ ਕੁਐਸਚਨਸ ਨੇ ਆਪਾਂ ਉਹਦੀ ਸੀਰੀਜ਼ ਕਰਾਂਗੇ। ਆਪਾਂ 30 ਕੁਐਸਚਨਸ ਨੇ ਜਿਹੜੇ ਆਪਾਂ ਉਹ ਇਸੀ ਵੀਡੀਓ ਦੇ ਵਿੱਚ ਕਰਾਂਗੇ। ਉਮੀਦ ਤੁਸੀਂ ਵੀਡੀਓ ਦੇ ਅਖੀਰ ਤੱਕ ਬਣੇ ਰਹੋਗੇ। ਅਤੇ ਜੋ ਵੀ ਅੱਜ ਇਸ ਚੈਨਲ 'ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਅਤੇ ਬੈਲ ਆਈਕਨ ਵੀ ਪ੍ਰੈਸ ਕਰਿਓ ਤਾਂ ਕਿ ਜਦ ਵੀ ਮੈਂ ਕੋਈ ਵੀਡੀਓ ਅਪਲੋਡ ਕਰਾਂ ਉਹਦੀ ਜਿਹੜੀ ਨੋਟੀਫਿਕੇਸ਼ਨ ਹੈ, ਉਹਦੀ ਜਾਣਕਾਰੀ ਜਿਹੜੀ ਹੈ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋ ਆਪਾਂ ਹੁਣ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਸੋ ਜਿਹੜਾ ਆਪਾਂ ਫਸਟ ਕੁਐਸਚਨ ਹੈ, ਆਪਾਂ ਫਸਟ ਕੁਐਸਚਨ ਤੋਂ ਸ਼ੁਰੂਆਤ ਕਰਦੇ ਹਾਂ। ਦੇਖੋ ਫਸਟ ਕੁਐਸਚਨ ਉਹ ਕੀ ਕਹਿ ਰਿਹਾ ਹੈ, the thinking process involved in producing an idea or concept that is new, original and useful। ਠੀਕ ਹੈ ਜੀ, ਕੀ ਕਹਿ ਰਿਹਾ ਆ? ਕਹਿੰਦੇ ਆ ਕਿ ਜੇ ਪੰਜਾਬੀ 'ਚ ਵੀ ਆਪਾਂ ਦੇਖੀਏ ਕਿ ਇੱਕ ਵਿਚਾਰ ਜਾਂ ਧਾਰਨਾ ਜੋ ਨਵੀਂ, ਮੌਲਿਕ, ਲਾਭਦਾਇਕ ਹੈ ਅਤੇ ਉਤਪਾਦਨ ਵਿੱਚ ਸ਼ਾਮਿਲ ਸੋਚ ਪ੍ਰਣਾਲੀ ਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ, ਦੇਖੋ ਕਹਿੰਦੇ ਕਿ ਕੋਈ ਆਈਡੀਆ ਆ ਜਿਹੜਾ ਕਿ ਨਵਾਂ ਹੋਵੇ, ਓਰੀਜਨਲ ਹੋਵੇ ਅਤੇ ਯੂਜ਼ਫੁਲ ਹੋਵੇ, ਉਹ ਤੁਸੀਂ ਕੰਸੈਪਟ ਨੂੰ ਜਾਂ ਉਹ ਟਰਮ ਨੂੰ ਕੀ ਕਹੋਗੇ? ਸੋ ਉਹਨੂੰ ਜਿਹੜੇ ਦਾ ਸਹੀ ਜਵਾਬ ਹੈ ਉਹ ਕੀ ਹੈ ਜੀ? ਕ੍ਰੀਏਟੀਵਿਟੀ। ਦੇਖੋ ਕ੍ਰੀਏਟੀਵਿਟੀ ਹੁੰਦੀ ਹੈ ਕਿ ਜਿਹਦੇ ਵਿੱਚ ਨਵਾਂ ਕੋਈ ਆਈਡੀਆ ਹੁੰਦਾ ਹੈ, ਓਰੀਜਨਲ ਹੁੰਦਾ ਹੈ ਅਤੇ ਉਹ ਯੂਜ਼ਫੁਲ ਵੀ ਹੁੰਦਾ ਹੈ। ਇੰਟੈਲੀਜੈਂਸ ਨਾਲ ਇਹਦਾ ਕੋਈ ਲਿੰਕ ਨਹੀਂ ਹੈਗਾ। ਇੰਟੈਲੀਜੈਂਸ ਨਿਊ ਹੋਵੇ, ਓਰੀਜਨਲ ਇਹਦਾ ਕੁਛ ਨਹੀਂ ਹੈਗਾ ਨਾ। ਇਨੋਵੇਸ਼ਨ ਵੀ ਕਾਰਡ ਹੁੰਦੀ ਹੈ ਨਾ ਜੀ, ਕੋਈ ਮਤਲਬ ਕਾਰਡ, ਪਰ ਇਹ ਕਿ ਜੇ ਇਨੋਵੇਸ਼ਨ ਅਤੇ ਕ੍ਰੀਏਟੀਵਿਟੀ ਉਹਦੇ ਵਿੱਚ ਅਸੀਂ ਆਪਾਂ ਕੋਈ ਦੇਖੀਏ ਕਿ ਜਿਹੜੀ ਜ਼ਿਆਦਾ ਸੂਟ ਕਿਹੜੀ ਬਹਿ ਰਹੀ ਹੈ ਆਪਸ਼ਨ, ਉਹ ਜਿਹੜੀ ਹੈ ਕ੍ਰੀਏਟੀਵਿਟੀ ਹੀ ਹੈ। ਕਿਉਂਕਿ ਆਪਾਂ ਜ਼ਿਆਦਾਤਰ ਥਿਊਰੀ 'ਚ ਆਪਾਂ ਜਿਹੜੀ ਕੰਸਟਰਕਟਿਵਿਸਟ ਥਿਊਰੀ ਆਪਾਂ ਉਹਦੇ ਵਿੱਚ ਇਹੀ ਗੱਲ ਕਰਦੇ ਹਾਂ ਕਿ ਨਵੇਂ ਕੰਸੈਪਟ ਬੱਚਿਆਂ ਦੇ ਦਿਮਾਗ 'ਚ ਆਉਂਦੇ ਨੇ, ਹੈ ਨਾ। ਕਈ ਬੱਚੇ ਕ੍ਰੀਏਟਿਵ ਹੁੰਦੇ ਨੇ। ਸੋ ਕ੍ਰੀਏਟਿਵ ਅਤੇ ਇੰਟੈਲੀਜੈਂਸ ਦਾ ਇੱਕ ਲਿੰਕ ਵੀ ਹੈ ਕਿ ਜ਼ਰੂਰੀ ਨਹੀਂ ਹੈ ਕਿ ਜੇ ਕੋਈ ਬੱਚਾ ਕ੍ਰੀਏਟਿਵ ਹੈ ਅਤੇ ਉਹ ਇੰਟੈਲੀਜੈਂਟ ਵੀ ਹੋਵੇ, ਹੈ ਨਾ। ਸੋ ਇਹਦਾ ਪਹਿਲਾ ਜਿਹੜਾ ਜਵਾਬ ਹੈ ਉਹ ਕੀ ਹੈ ਆਪਣਾ? ਕ੍ਰੀਏਟੀਵਿਟੀ। ਸੋ ਜਿਹੜਾ ਦੂਸਰਾ ਕੁਐਸਚਨ ਹੈ, ਦੂਸਰਾ ਕੁਐਸਚਨ ਕੀ ਹੈ ਕਿ ਅਕੋਰਡਿੰਗ ਟੂ NCF 2005 ਦਾ ਰੋਲ ਆਫ ਟੀਚਰ ਹੈਜ਼ ਬੀਨ ਦੈਟ ਆਫ। ਕਹਿੰਦੇ ਹੈ ਕਿ ਜਿਹੜਾ NCF ਦਾ ਜਿਹੜਾ 2005 ਸੀਗਾ ਉਹਦੇ ਵਿੱਚ ਰੋਲ ਆਫ ਟੀਚਰ ਕੀ ਕਿਹਾ ਹੋਇਆ ਕਿ ਉਹ ਅਥੋਰਿਟੀ ਹੋਵੇ, ਉਹ ਡਿਕਟੈਟੋਰੀਅਲ ਹੋਵੇ, ਠੀਕ ਹੈ, ਉਹ ਪਰਮਿਸਿਵ ਹੋਵੇ ਜਾਂ ਉਹ ਫੈਸਿਲੀਟੇਟਰ ਹੋਵੇ। ਪੰਜਾਬੀ 'ਚ ਦੇਖੀਏ ਕਿ ਉਹ ਅਧਿਕਾਰੀ ਦੀ ਹੋਵੇ ਭੂਮਿਕਾ, ਤਾਨਾਸ਼ਾਹ ਦੀ ਹੋਵੇ, ਉਦਾਰ ਦੀ ਹੋਵੇ ਜਾਂ ਮਦਦਗਾਰ ਦੀ। ਠੀਕ ਹੈ, ਦੇਖੋ ਅਥੋਰਿਟੀ ਤਾਂ ਕੀ ਹੁੰਦੀ ਹੈ ਕਿ ਗਿਵ ਆਰਡਰਸ। ਇਹ ਨਹੀਂ ਉਹ 'ਚ ਦੱਸਿਆ ਰੋਲ ਕਿ ਬੱਚਿਆਂ ਦਾ, ਟੀਚਰ ਦਾ ਜਿਹੜਾ ਰੋਲ ਕੀ ਹੈ ਬੱਚਿਆਂ ਦੇ ਤਰਫ, ਕਿ ਉਹਨਾਂ ਨੂੰ ਆਰਡਰ ਦਿੱਤੇ ਜਾਣ ਕਿ ਬੱਚਿਓ ਇੱਦਾਂ ਨਹੀਂ, ਇੱਦਾਂ ਕਰੋ। ਠੀਕ ਹੈ, ਡਿਕਟੇਟੋਰੀਅਲ ਹੁੰਦਾ ਆ ਜੀ, ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਕੰਟਰੋਲਡ ਨੇਚਰ ਹੋਣਾ ਕਿਸੇ ਦਾ, ਹੈ ਨਾ, ਕੰਟਰੋਲਡ ਬਾਏ ਰੂਲਰ। ਜਿਵੇਂ ਕਿ ਆਪਾਂ ਕਹਿ ਦਿੰਦੇ ਹਾਂ ਕਿ ਤਾਨਾਸ਼ਾਹ ਹੁੰਦਾ ਹੈ ਨਾ, ਕਿ ਕਿਸੇ ਦੇਸ਼ ਦੇ ਵਿੱਚ ਤਾਨਾਸ਼ਾਹ ਰਾਜ ਚੱਲ ਰਿਹਾ, ਜਿਹਦੇ ਵਿੱਚ ਕੋਈ ਬੰਦਾ ਹੁੰਦਾ ਉਹੀ ਸਭ ਰੂਲ ਕਰ ਰਿਹਾ ਹੁੰਦਾ। ਠੀਕ ਹੈ ਨਾ ਜੀ। ਸੋ ਇਹ ਵੀ ਨਹੀਂ ਟੀਚਰ ਦਾ ਰੋਲ ਹੈਗਾ। ਦੇਖੋ ਦੋ ਤਾਂ ਜਿਹੜੀਆਂ ਆਪਸ਼ਨ ਸੀਗੀਆਂ ਜੀ ਉਹ ਖਤਮ ਹੋ ਗਈਆਂ, ਤਿੰਨ ਅਖੀਰਲੀਆਂ ਦੋ ਹੀ ਰਹਿ ਗਈਆਂ ਕਿ ਪਰਮਿਸਿਵ ਜਾਂ ਫੈਸਿਲੀਟੇਟ। ਦੇਖੋ ਪਰਮਿਸਿਵ ਕੀ ਹੁੰਦਾ ਕਿ ਫਰੀਡਮ, ਬੱਚਿਆਂ ਨੂੰ ਫਰੀਡਮ ਦੇ ਦੇਣੀ, ਹੈ ਨਾ, ਬਿਲਕੁਲ। ਸੋ ਇੱਦਾਂ ਵੀ ਨਹੀਂ ਹੈਗੀ। ਸੋ ਅਖੀਰਲੀ ਆਪਸ਼ਨ D ਹੀ ਇਹਦਾ ਸਹੀ ਜਵਾਬ ਕਿ ਮਦਦਗਾਰ। ਬੱਚਿਆਂ ਮਤਲਬ ਕਿ ਆਪਾਂ ਕਿਹਾ ਜਾਵੇ ਕਿ ਜਿਹੜੀ ਇੱਦਾਂ ਦੀਆਂ ਚੀਜ਼ਾਂ ਕੀਤੀਆਂ ਜਾਣ ਕਿ ਪ੍ਰੋਸੈਸ ਜਿਹੜਾ ਹੈ ਸਮਝਾਉਣ ਦਾ, ਹੈ ਨਾ, ਜਿਹੜੇ ਐਕਸ਼ਨਸ ਦੇ ਥਰੂ ਮਤਲਬ ਜਿਹੜਾ ਪ੍ਰੋਸੈਸ ਹੈ ਉਹਨੂੰ ਈਜ਼ੀ ਕਰ ਦਿੱਤਾ ਜਾਵੇ ਬੱਚਿਆਂ ਲਈ, ਹੈ ਨਾ, ਤਾਂ ਕਿ ਸਾਰਿਆਂ ਨੂੰ ਸਮਝ ਲੱਗ ਸਕੇ। ਸੋ ਅਗਲਾ ਕੁਐਸਚਨ ਦੇਖਦੇ ਹਾਂ। ਅਗਲੇ ਕੁਐਸਚਨ 'ਚੋਂ ਕੀ ਕਹਿ ਰਿਹਾ ਹੈ, having a diverse classroom with varied social children from economic and cultural background enriches the learning experience of all students। this statement is, ਕਹਿੰਦੇ ਵੱਖ-ਵੱਖ ਸਮਾਜਿਕ, ਆਰਥਿਕ, ਸੰਸਕ੍ਰਿਤਿਕ ਪਿਛੋਕੜ ਦੇ ਵੱਖ-ਵੱਖ ਬੱਚਿਆਂ ਵਾਲਾ ਵਿਭਿੰਨਤਾ ਭਰਿਆ ਕਲਾਸਰੂਮ, ਠੀਕ ਹੈ, ਸਾਰੇ ਵਿਦਿਆਰਥੀਆਂ ਦੇ ਸਿੱਖਿਆ ਅਨੁਭਵਾਂ ਨੂੰ ਵਧਾਉਂਦਾ। ਇਹ ਕਥਨ, ਹੁਣ ਉਹ ਕਹਿੰਦੇ ਕਥਨ ਦੱਸਣਾ ਆ ਕਿ ਇਹ ਕੀ ਆ। ਪਹਿਲਾਂ ਕਹਿੰਦੇ ਆ ਕਿ ਇਹ ਇਨਕਰੈਕਟ ਹੈ, ਗਲਤ ਹੈ, ਕਿਉਂਕਿ ਇਹ ਬੱਚਿਆਂ ਨੂੰ ਉਲਝਾ ਸਕਦਾ ਹੈ ਅਤੇ ਉਹ ਗੁਆਚਿਆ ਮਹਿਸੂਸ ਕਰ ਸਕਣਗੇ। ਨਹੀਂ, ਬਿਲਕੁਲ ਗਲਤ ਹੈ ਇਹ। ਕੀ ਆਪਸ਼ਨ ਇਹ ਹੋ ਸਕਦਾ ਹੈ ਕਿ ਕਹਿੰਦੇ ਕਰੈਕਟ ਹੈ ਇਹ, ਬਿਕੋਜ਼ ਚਿਲਡਰਨ ਲਰਨ ਮੈਨੀ ਸਕਿੱਲਸ ਫਰੋਮ ਦੇਅਰ ਪੀਰਸ। ਕਹਿੰਦੇ ਆ ਕਿ ਇਹ ਸਹੀ ਹੈ ਕਿ ਜਦੋਂ ਅਲੱਗ-ਅਲੱਗ ਸੰਸਕ੍ਰਿਤੀ ਦੇ ਬੱਚੇ ਜਿਹੜੇ
ਉਹਨਾਂ ਵਿਭਿੰਨਤਾ ਭਰਿਆ ਜਿਹੜਾ ਕਲਾਸਰੂਮ ਸਾਰੇ ਬੈਠੇ ਹੋਣਗੇ ਕਿ ਉਹਦੇ ਵਿੱਚ ਜਿਹੜੇ ਬੱਚੇ ਇੱਕ ਦੂਜੇ ਤੋਂ ਕਈ ਚੀਜ਼ਾਂ ਸਿੱਖਣਗੇ। ਠੀਕ ਹੈ, ਹਾਂ ਇਹ ਸਹੀ ਹੋ ਸਕਦਾ ਹੈ, ਆਪਾਂ ਇਹਨੂੰ ਦੇਖ ਲੈਂਦੇ ਹਾਂ। ਅਗਲਾ ਕਹਿੰਦੇ ਕਿ ਇਹ ਸਹੀ ਆ ਬਿਕੋਜ਼ ਇਟ ਮੇਕਸ ਕਲਾਸਰੂਮ ਮੋਰ ਹਾਇਰਾਰਕੀਕਲ। ਠੀਕ ਹੈ, ਸਹੀ ਹੈ ਕਿਉਂਕਿ ਇਹ ਜਮਾਤ ਨੂੰ ਹੋਰ ਦਰਜਾਬੰਦ ਕਰਦਾ ਹੈ। ਦੇਖੋ ਇਹ ਵੀ ਨਹੀਂ ਹੈਗਾ। ਚੌਥਾ ਕਹਿੰਦਾ ਕਿ ਬਿਕੋਜ਼ ਇਟ ਲੀਡ ਟੂ ਅਨਨੈਸੈਸਰੀ ਕੰਪੀਟੀਸ਼ਨ, ਬੇਲੋੜੇ ਮੁਕਾਬਲੇ ਦਾ ਕਾਰਨ ਬਣ ਸਕਦਾ ਹੈ। ਸੋ ਜਿਹੜਾ ਇਹਦਾ ਆਨਸਰ ਹੈ ਸਹੀ, ਉਹ ਆਨਸਰ ਕੀ ਹੈ ਜੀ, ਆਪਸ਼ਨ ਬੀ। ਕਹਿੰਦੇ ਆ ਕਿ ਬਿਕੋਜ਼ ਚਿਲਡਰਨ ਲਰਨ ਮੈਨੀ ਸਕਿੱਲਸ ਫਰੋਮ ਦੇਅਰ ਪੀਅਰਸ, ਅਲੱਗ-ਅਲੱਗ ਸੰਸਕ੍ਰਿਤੀ ਦੇ ਬੱਚੇ ਬੈਠੇ ਹੋਣਗੇ, ਉਹ ਇੱਕ ਦੂਜੇ ਕੋਲ ਬਹੁਤ ਕੁਝ ਸਿੱਖਣਗੇ। ਅਰੇਂਜ ਦਾ ਫੋਲੋਇੰਗ ਕੰਸੈਪਟਸ ਆਫ ਟੀਚਿੰਗ ਪ੍ਰੋਸੈਸ ਇਨ ਆਰਡਰ। ਠੀਕ ਹੈ ਜੀ, ਟੀਚਿੰਗ ਪ੍ਰੋਸੈਸ ਹੈ ਜੀ ਕੋਈ, ਉਹਦਾ ਆਰਡਰ ਦੱਸਣਾ ਕੀ ਹੈ। ਦੇਖੋ ਪਹਿਲਾਂ ਦ ਸਿਲੈਕਸ਼ਨ ਆਫ ਸਬਜੈਕਟ ਮੈਟਰ, ਇਵੈਲੂਏਸ਼ਨ, ਫੀਡਬੈਕ, ਫਾਰਮੂਲੇਟਿੰਗ, ਆਬਜੈਕਟਿਵਸ, ਟੀਚਿੰਗ। ਦੇਖੋ ਇਹਦਾ ਜੀ ਜਿਹੜਾ ਸਭ ਤੋਂ ਜੇ ਆਪਾਂ ਇਹਦਾ ਸਮਾਰਟਲੀ ਅਤੇ ਬਹੁਤ ਜਲਦੀ ਆਨਸਰ ਦੇਣਾ ਹੈ, ਸੋ ਹੁਣ ਇਹਦੇ ਵਿੱਚੋਂ ਇੱਕ ਚੀਜ਼ ਪਤਾ ਹੈ ਕਿ ਜਿਹੜੀ ਇਵੈਲੂਏਸ਼ਨ ਹੁੰਦੀ ਹੈ, ਮੁਲਾਂਕਣ ਜਿਹੜਾ ਹੁੰਦਾ ਹੈ, ਉਹ ਸਭ ਤੋਂ ਅਖੀਰ 'ਚ ਹੁੰਦਾ ਹੈ। ਪਹਿਲਾਂ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ ਅਤੇ ਇਵੈਲੂਏਸ਼ਨ ਜਿਹੜਾ ਉਹ ਅਖੀਰ 'ਚ ਹੁੰਦੀ ਹੈ। ਸੋ ਇਸ ਆਪਸ਼ਨ 'ਚ ਆਪਾਂ ਦੇਖਾਂਗੇ ਕਿ ਸੈਕਿੰਡ ਜਿਹੜੀ ਆਪਸ਼ਨ ਹੈ ਉਹ ਕਿੱਥੇ ਹੈ। ਸੋ ਦੇਖੋ ਕਿ ਜਿਹੜੀ ਡੀ ਆਪਸ਼ਨ ਹੈ, ਇਹਦੇ ਵਿੱਚ ਜਿਹੜਾ ਸੈਕਿੰਡ ਆਪਸ਼ਨ ਇਵੈਲੂਏਸ਼ਨ ਸਭ ਤੋਂ ਐਂਡ 'ਤੇ ਹੈ। ਸੋ ਇਹਦਾ ਮਤਲਬ ਸਾਡਾ ਇਹੀ ਆਨਸਰ ਜਿਹੜਾ ਹੈ ਬਿਲਕੁਲ ਸਹੀ ਹੈ। ਠੀਕ ਹੈ, ਜੇ ਆਪਾਂ ਥੋੜ੍ਹਾ ਜਿਹਾ ਸੋਚ ਕੇ ਦੇਖਣਾ ਆ ਅਤੇ ਆਪਾਂ ਇਹ ਦੇਖ ਸਕਦੇ ਹਾਂ ਕਿ ਦੇਖੋ ਸਭ ਤੋਂ ਪਹਿਲਾਂ ਕੀ ਹੁੰਦਾ ਹੈ ਜੀ, ਫਾਰਮੂਲੇਟਿੰਗ ਆਬਜੈਕਟਿਵਸ। ਉਦੇਸ਼ ਪਹਿਲਾਂ ਦੇਖੇ ਜਾਂਦੇ ਆ ਕਿ ਅਸੀਂ ਕੋਈ ਕੰਮ ਕਰਨਾ ਹੈ, ਕਿਹੜੇ ਉਦੇਸ਼ਾਂ ਦੇ ਤਹਿਤ ਉਹ ਕੰਮ ਕਰਨਾ ਹੈ। ਉਦੇਸ਼ ਜਦੋਂ ਸਾਡੇ ਹੋ ਜਾਂਦੇ ਆ ਫਿਰ ਅਸੀਂ ਕੀ ਕਰਦੇ ਹਾਂ ਜੀ, ਵਿਸ਼ੇ ਦੀ ਚੋਣ ਕਰਦੇ ਹਾਂ, ਸਿਲੈਕਸ਼ਨ ਆਫ ਸਬਜੈਕਟ ਮੈਟਰ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਹੁੰਦਾ ਹੈ, ਉਸ ਤੋਂ ਬਾਅਦ ਟੀਚਿੰਗ ਹੁੰਦੀ, ਉਸ ਤੋਂ ਬਾਅਦ ਪੜ੍ਹਾਇਆ ਜਾਂਦਾ ਹੈ। ਠੀਕ ਹੈ, ਅਖੀਰ ਦੇ ਵਿੱਚ ਫਿਰ ਕੀ ਹੁੰਦਾ ਹੈ, ਉਸ ਤੋਂ ਬਾਅਦ ਕੀ ਹੁੰਦਾ ਹੈ, ਫੀਡਬੈਕ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਇਵੈਲੂਏਸ਼ਨ ਹੁੰਦਾ। ਸੋ 4 1 5 2 ਔਰ ਅਖੀਰ 'ਚ ਆਉਂਦਾ ਹੈ ਜੀ ਇਵੈਲੂਏਸ਼ਨ। ਸੋ ਅੱਗੇ ਚੱਲਦੇ ਹਾਂ। ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਅਬਾਊਟ ਜੀਨ ਪਿਆਜੇਜ਼ ਥਿਊਰੀ ਆਫ ਕੋਗਨੀਟਿਵ ਡਿਵੈਲਪਮੈਂਟ। ਕਹਿੰਦੇ ਕਿ ਦੱਸੋ ਕਿ ਪਿਆਜੇ ਦੀ ਥਿਊਰੀ ਦੇ ਨਾਲ ਸੰਬੰਧਿਤ ਕਿਹੜੀ ਇਨਫੋਰਮੇਸ਼ਨ ਜਿਹੜੀ ਹੈ ਉਹ ਬਿਲਕੁਲ ਸਹੀ ਹੈ। ਦ ਸੀਕੁਐਂਸ ਆਫ ਦ ਸਟੇਜ ਕੈਨ ਵੇਰੀ ਅਕੋਰਡਿੰਗ ਟੂ ਦ ਕਲਚਰ ਕਨਸੈਪਟ। ਦੇਖੋ ਪਿਆਜੇ ਨੇ ਕਲਚਰ ਦੀ ਗੱਲ ਤਾਂ ਕਦੀ ਵੀ ਨਹੀਂ ਕੀਤੀ, ਸੋ ਇਹ ਆਪਸ਼ਨ ਪਹਿਲੇ ਗਲਤ ਹੋ ਗਈ। ਕਹਿੰਦੇ ਪਿਆਜੇ ਆਰਗਿਊ ਦੈਟ ਇੰਸਟੈਡ ਆਫ ਪ੍ਰੋਗਰੈਸਿੰਗ ਥਰੂ ਸਟੇਜਿਸ ਕੋਗਨੀਟਿਵ ਡਿਵੈਲਪਮੈਂਟ ਇਜ਼ ਕੰਟੀਨਿਊ। ਦੇਖੋ ਇਹ ਤਾਂ ਜਿਹੜੀ ਗੱਲ ਹੈ ਇਹ ਪਿਆਜੇ ਨੇ ਸਭ ਤੋਂ ਜ਼ਿਆਦਾ ਖੰਡਿਤ ਕੀਤੀ ਹੈ। ਉਹਦੇ ਮੁਤਾਬਿਕ ਜਿਹੜੀ ਉਹ ਇੱਥੇ ਕਹਿ ਰਹੇ ਕਿ ਕੋਗਨੀਟਿਵ ਡਿਵੈਲਪਮੈਂਟ ਕੰਟੀਨਿਊਸ ਆ, ਜਦ ਕਿ ਪਿਆਜੇ ਨੇ ਕਿਹਾ ਕਿ ਕੰਟੀਨਿਊਸ ਨਹੀਂ ਹੈਗੀ। ਠੀਕ ਹੈ, ਸੋ ਇਹ ਵੀ ਗਲਤ ਹੋ ਗਈ। ਅਗਲੀ ਹੈ ਕਿ ਪਿਆਜੇ ਹੈਜ਼ ਪ੍ਰਪੋਜ਼ਡ 5 ਸਟੇਜਿਸ। ਬਿਲਕੁਲ ਗਲਤ, 5 ਸਟੇਜਿਸ ਤਾਂ ਉਹਨੇ ਦੱਸੀਆਂ ਹੀ ਨਹੀਂ, ਉਹਨੇ 4 ਸਟੇਜਿਸ ਦੱਸੀਆਂ। ਸੋ ਇਹਦਾ ਮਤਲਬ ਸਾਡੀ ਆਪਸ਼ਨ ਸਹੀ ਕੀ ਹੈ, ਡੀ। ਦ ਸਟੇਜਿਸ ਆਰ ਇਨਵੇਰੀਐਂਟ ਵਿਚ ਮੀਨਸ ਨੋ ਸਟੇਜ ਕੈਨ ਬੀ ਸਕਿਪਡ। ਪਿਆਜੇ ਨੇ ਇਹ ਕਿਹਾ ਆ ਕਿ ਜਿਹੜੀਆਂ ਉਹਨੇ 4 ਸਟੇਜਿਸ ਦੱਸੀਆਂ ਨੇ, ਪਿਆਜੇ ਨੇ ਉਹਨੇ ਕਿਹਾ ਆ ਕਿ ਚਾਰੇ ਹੀ ਇੰਪੋਰਟੈਂਟ ਹੈ, ਕਿਸੇ ਇੱਕ ਨੂੰ ਵੀ ਸਕਿਪ ਨਹੀਂ ਕੀਤਾ ਜਾ ਸਕਦਾ। ਅੱਗੇ ਚੱਲਦੇ ਹਾਂ ਜੀ। ਅਕੋਰਡਿੰਗ ਟੂ ਲੀਵ ਵਿਗੋਟਸਕੀ, ਹੁਣ ਉਹਦੇ ਮੁਤਾਬਿਕ ਦੱਸਣਾ ਹੈ ਕਿ ਸਾਡੇ ਕੋਲ ਕੀ ਕੀ ਉਹਨੇ ਪੁੱਛਿਆ ਹੈ, ਅਸੀਂ ਉਹਦੇ ਅਕੋਰਡਿੰਗ ਦੱਸਣਾ ਹੈ ਕਿ ਚਿਲਡਰਨ ਲਰਨ ਲੈਂਗੁਏਜ ਥਰੂ ਏ ਲੈਂਗੁਏਜ। ਕਿ ਜਿਹੜਾ ਬੱਚਾ ਹੈ ਉਹ ਲੈਂਗੁਏਜ ਸਿੱਖਦਾ ਹੈ ਲੈਂਗੁਏਜ ਐਕੁਜੀਸ਼ਨ ਡਿਵਾਈਸ ਨਾਲ। ਦੇਖੋ ਇਹ ਤਾਂ ਬਿਲਕੁਲ ਗਲਤ ਹੈ ਕਿਉਂਕਿ ਜਿਹੜੀ ਲੈਂਗੁਏਜ ਐਕੁਜੀਸ਼ਨ ਡਰਾਈਵ ਦੇ ਬਾਰੇ ਗੱਲ ਕੀਤੀ ਗਈ ਹੈ ਉਹ ਚੋਮਸਕੀ ਨੇ ਕਿਹਾ ਹੋਇਆ ਹੈ। ਠੀਕ ਹੈ ਜੀ। ਬੀ ਹੈ ਕਹਿੰਦਾ ਇੰਟਰੈਕਸ਼ਨ ਵਿਦ, ਸੋ ਇਹ ਵੀ ਗਲਤ ਹੋ ਗਿਆ ਜੀ। ਸੋ ਅਗਲਾ ਕਹਿੰਦੇ ਇੰਟਰੈਕਸ਼ਨ ਵਿਦ ਐਡਲਟ ਐਂਡ ਪੀਅਰ ਡਜ਼ਨਟ ਇਨਫਲੂਐਂਸ ਲੈਂਗੁਏਜ ਡਿਵੈਲਪਮੈਂਟ। ਕਹਿੰਦੇ ਕਿ ਬਾਲਗਾਂ ਅਤੇ ਸਾਥੀਆਂ ਨਾਲ ਵਾਰਤਾਲਾਪ ਭਾਸ਼ਾ ਇੱਥੇ ਪਤਾ ਨਹੀਂ ਕੀ ਹੈ ਨੂੰ ਪ੍ਰਭਾਵਿਤ ਨਹੀਂ ਕਰਦਾ। ਠੀਕ ਹੈ, ਸੋ ਦੇਖੋ ਇਹ ਵੀ ਗਲਤ ਗੱਲ ਆ ਕਿ ਜਿਹੜੀ ਜਦੋਂ ਆਪਾਂ ਅਡਲਟਸ ਦੇ ਨਾਲ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਦਾ ਸਾਡੇ 'ਤੇ ਇਨਫਲੂਐਂਸ ਪੈਂਦਾ ਹੈ। ਸੋ ਇਹ ਵੀ ਆਪਸ਼ਨ ਗਲਤ ਹੋ ਗਈ। ਲੈਂਗੁਏਜ ਡਿਵੈਲਪਮੈਂਟ ਚੇਂਜਿਸ ਦਾ ਨੇਚਰ ਆਫ ਹਿਊਮਨ ਥੋਟ। ਔਰ ਡੀ ਆਪਸ਼ਨ ਕੀ ਕਹਿੰਦੇ, ਕਲਚਰ ਪਲੇਜ਼ ਅ ਵੈਰੀ ਸਮਾਲ ਰੋਲ ਇਨ ਡਿਵੈਲਪਮੈਂਟ। ਸੋ ਦੇਖੋ ਇਹ ਵੀ ਆਪਸ਼ਨ ਗਲਤ ਹੈ। ਸੋ ਜਿਹੜੀ ਇਹਦੀ ਸਹੀ ਆਪਸ਼ਨ ਉਹ ਕੀ ਹੈ, ਸੀ, ਕਿ ਜਿਹੜਾ ਭਾਸ਼ਾ ਵਿਕਾਸ ਮਾਨਵ ਸੋਚ ਦੀ ਪ੍ਰਕਿਰਤੀ ਨੂੰ ਬਦਲਦਾ ਹੈ। ਠੀਕ ਹੈ, ਲੈਂਗੁਏਜ ਡਿਵੈਲਪ ਚੇਂਜਿਸ ਦਾ ਨੇਚਰ ਆਫ ਹਿਊਮਨ ਥੋਟ। ਠੀਕ ਹੈ ਜੀ। ਸੋ ਅੱਗੇ ਚੱਲਦੇ ਹਾਂ। ਅਗਲਾ ਕੁਐਸਚਨ ਕੀ ਹੈ ਜੀ ਕਿ ਅਕੋਰਡਿੰਗ ਟੂ ਰਾਈਟ ਟੂ ਐਜੂਕੇਸ਼ਨ ਐਕਟ 2009 ਚਿਲਡਰਨ ਸਪੈਸ਼ਲ ਨੀਡਸ ਸ਼ੁੱਡ ਸਟੱਡੀ। ਠੀਕ ਹੈ ਜੀ। ਕਹਿੰਦੇ ਆ ਕਿ ਜਿਹੜੀ ਅਕੋਰਡਿੰਗ ਟੂ REA ਰਾਈਟ ਟੂ ਐਜੂਕੇਸ਼ਨ ਐਕਟ ਹੈ ਜਿਹੜਾ,
ਉਹਦੇ ਅਕੋਰਡਿੰਗ ਜਿਹੜੇ ਚਿਲਡਰਨ ਵਿਦ ਸਪੈਸ਼ਲ ਨੀਡਸ ਸ਼ੁੱਡ ਸਟੱਡੀ, ਬੱਚੇ ਜਿਹੜੇ ਸਪੈਸ਼ਲ ਨੀਡ ਵਾਲੇ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ। ਇਨ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵਿਚ ਵੁੱਡ ਪ੍ਰਪੇਅਰ ਦੈਮ ਫॉर ਲਾਈਫ ਸਕਿੱਲਸ, ਕਿ ਵੋਕੇਸ਼ਨਲ ਉਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਦੇ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਹੈ ਨਾ, ਕਿ ਤਾਂ ਕਿ ਉਹ ਪ੍ਰਪੇਅਰ ਕਰਨ ਲਾਈਫ ਸਕਿੱਲਸ। ਐਟ ਹੋਮ ਵਿਦ ਦੇਅਰ ਪੇਰੈਂਟਸ ਐਂਡ ਕੇਅਰ ਗਿਵਰ ਪ੍ਰੋਵਾਈਡਿੰਗ ਨੈਸੈਸਰੀ ਸਪੋਰਟ। ਦੇਖੋ ਇਹ ਵੀ ਗਲਤ ਹੈ, ਇਹ ਨਹੀਂ ਕਿ ਜਿਹੜੇ ਸਪੈਸ਼ਲ ਬੱਚੇ ਨੇ ਉਹਨਾਂ ਨੂੰ ਘਰ ਬਿਠਾ ਦਈਏ ਹੈ ਨਾ, ਇਹ ਪਹਿਲੀ ਆਪਸ਼ਨ ਵੀ ਨਹੀਂ ਹੈ। ਸੀ ਆਪਸ਼ਨ ਹੈ ਕਿ ਇਨ ਸਪੈਸ਼ਲ ਸਕੂਲਸ ਕ੍ਰੀਏਟਡ ਐਕਸਕਲੂਸਿਵਲੀ ਫॉर ਦੈਮ। ਇਹ ਵੀ ਨਹੀਂ ਹੈ ਕਿ ਉਹਨਾਂ ਨੂੰ ਅਲੱਗ ਸਕੂਲਾਂ ਦੇ ਵਿੱਚ ਜਿਹੜੇ ਹੈ ਸਪੈਸ਼ਲ ਸਕੂਲ ਉਹਨਾਂ ਵਿੱਚ ਪਾ ਦੀ। ਸੋ ਇਹ ਵੀ ਗਲਤ। ਸਾਡੀ ਸਹੀ ਆਪਸ਼ਨ ਕੀ ਹੈ ਜੀ, ਡੀ, ਕਿ ਇਨਕਲੂਸਿਵ ਐਜੂਕੇਸ਼ਨ ਸੈਟਅਪ ਵਿਦ ਪ੍ਰੋਵੀਜ਼ਨ ਟੂ ਕੈਟਰ ਦੇਅਰ ਇੰਡੀਵਿਜੂਅਲ ਨੀਡਸ, ਕਿ ਉਹਨਾਂ ਦੀਆਂ ਵਿਅਕਤੀਗਤ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਪ੍ਰਬੰਧ ਨਾਲ ਇੱਕ ਸੰਮਿਲਿਤ ਸਿੱਖਿਅਤ ਪ੍ਰਣਾਲੀ ਰਾਹੀਂ। ਠੀਕ ਹੈ ਜੀ, ਮਤਲਬ ਉਹਨਾਂ ਦੇ ਅਲੱਗ ਅਲੱਗ ਬੱਚੇ 'ਤੇ ਇੰਡੀਵਿਜੂਅਲ ਧਿਆਨ ਦੇਣਾ ਚਾਹੀਦਾ ਹੈ। ਅਗਲਾ ਕੁਐਸ਼ਨ ਹੈ ਜੀ, ਐਨ ਇਫੈਕਟਿਵ ਟੀਚਰ ਇਨ ਕਲਾਸਰੂਮ ਵੇਅਰ ਸਟੂਡੈਂਟਸ ਕਮ ਫਰੋਮ ਡਾਇਵਰਸ ਬੈਕਗਰਾਊਂਡ। ਠੀਕ ਹੈ, ਐਨ ਇਫੈਕਟਿਵ ਟੀਚਰ ਇਨ ਕਲਾਸਰੂਮ ਵੇਅਰ ਸਟੂਡੈਂਟ ਕਮ ਫਰੋਮ ਡਾਇਵਰਸ ਬੈਕਗਰਾਊਂਡ ਵੁੱਡ। ਠੀਕ ਹੈ, ਹੁਣ ਕੀ ਕਹਿੰਦੇ ਕਿ ਇੱਕ ਟੀਚਰ ਜੋ ਕਲਾਸਰੂਮ 'ਚ ਪੜ੍ਹਾ ਰਿਹਾ ਹੈ ਕਿ ਜਿੱਥੇ ਬੱਚੇ ਅਲੱਗ-ਅਲੱਗ ਬੈਕਗਰਾਊਂਡ 'ਤੇ ਆ ਰਹੇ ਨੇ। ਠੀਕ ਹੈ, ਹੁਣ ਉਹ ਪੁੱਛ ਰਿਹਾ ਕੀ ਕਹਿੰਦਾ ਹੈ, ਕਹਿੰਦਾ ਕ੍ਰੀਏਟ ਗਰੁੱਪ ਆਫ ਸਟੂਡੈਂਟ ਵਿਦ ਦੋਜ਼ ਫਰੋਮ ਦਾ ਸੇਮ ਇਕਨੋਮਿਕ ਬੈਕਗਰਾਊਂਡ, ਕਿ ਜਿਹੜੇ ਟੀਚਰ ਨੂੰ ਜਿਹੜੇ ਸੇਮ ਬੈਕਗਰਾਊਂਡ ਤੋਂ ਉਹਨਾਂ ਨੂੰ ਗਰੁੱਪ 'ਚ ਬਣਾ ਦੇਣਾ ਚਾਹੀਦਾ ਹੈ। ਸੋ ਇਹ ਤਾਂ ਗਲਤ ਹੈ, ਇੱਦਾਂ ਕਦੀ ਵੀ ਨਹੀਂ ਹੁੰਦਾ। ਪੁਸ਼ ਸਟੂਡੈਂਟਸ ਫਰੋਮ ਡਿਪਰਾਈਵਡ ਬੈਕਗਰਾਊਂਡ ਟੂ ਵਰਕ ਹਾਰਡ ਸੋ ਦੇ ਕੈਨ ਮੈਚ ਅਪ ਵਿਦ ਦੇਅਰ ਪੀਰ। ਸੋ ਦੇਖੋ ਇਹ ਕਦੀ ਵੀ ਨਹੀਂ ਹੁੰਦਾ ਕਿ ਮੈਚ ਅਪ ਵਿਦ ਪੀਅਰਸ, ਕਿ ਆਪਣੇ ਸੀਨੀਅਰਸ ਆਪਣੇ ਸਾਥੀਆਂ ਦੇ ਬਰਾਬਰ ਹੋਣ ਲਈ ਜਿਹੜਾ ਇਹ ਬੱਚੇ ਨੂੰ ਪੁਸ਼ ਕੀਤਾ ਜਾਵੇ। ਸੋ ਇਹ ਵੀ ਆਪਸ਼ਨ ਗਲਤ ਹੈ। ਸੋ ਇਹ ਸੀ ਆਪਸ਼ਨ ਹੈ ਕਿ ਫੋਕਸ ਔਨ ਦੇਅਰ ਕਲਚਰਲ ਨੌਲੇਜ ਟੂ ਐਡਰੈਸ ਇੰਡੀਵਿਜੂਅਲ ਡਿਫਰੈਂਸਿਸ ਅਮੰਗ ਦਾ ਗਰੁੱਪ। ਦੇਖੋ ਇਹ ਸ਼ਾਇਦ ਹੋ ਸਕਦਾ ਹੈ। ਡੀ ਆਪਸ਼ਨ ਕੀ ਕਹਿ ਰਿਹਾ, ਇਗਨੋਰ ਕਲਚਰਲ ਨੌਲੇਜ ਐਂਡ ਟਰੀਟ ਆਲ ਸਟੂਡੈਂਟ। ਦੇਖੋ ਜਿੱਥੇ ਇਗਨੋਰ ਆ ਗਿਆ, ਦੇਖੋ ਇਹਦੇ ਵਿੱਚ ਇੱਕ ਪੇਪਰ 'ਚ ਧਿਆਨ ਰੱਖਣਾ, ਜਿੱਥੇ ਕਦੀ ਵੀ ਨੈਗੇਟਿਵ ਗੱਲ ਹੋਈ ਉਹ ਹਮੇਸ਼ਾ ਉਸ ਨੂੰ ਆਪਾਂ ਜਿਹੜਾ ਪੁਆਇੰਟ ਹੈ ਉਹਨੂੰ ਆਪਾਂ ਕਦੀ ਵੀ ਸਿਲੈਕਟ ਨਹੀਂ ਕਰਨਾ, ਉਹ ਸਹੀ ਜਵਾਬ ਨਹੀਂ ਹੋਵੇਗਾ। ਜਦੋਂ ਵੀ ਕੋਈ ਨੈਗੇਟਿਵ ਗੱਲ ਕੀਤੀ ਹੋਵੇ, ਦੇਖੋ ਇਹਦੇ ਵਿੱਚ ਨੈਗੇਟਿਵ ਕੀਤੇ ਕਿ ਇਗਨੋਰ ਕਲਚਰ ਨੌਲੇਜ। ਅਸੀਂ ਕਲਚਰਲ ਨੌਲੇਜ ਨੂੰ ਕਿਵੇਂ ਇਗਨੋਰ ਕਰ ਸਕਦੇ ਹਾਂ। ਸੋ ਇਹਦਾ ਸਹੀ ਆਪਸ਼ਨ ਕੀ ਹੈ ਜੀ, ਸੀ, ਫੋਕਸ ਔਨ ਕਲਚਰਲ ਨੌਲੇਜ ਟੂ ਐਡਰੈਸ ਇੰਡੀਵਿਜੂਅਲ ਡਿਫਰੈਂਸ, ਕਿ ਜਿਹੜਾ ਸਮੂਹ ਵਿੱਚ ਵਿਅਕਤੀਗਤ ਭਿੰਨਤਾਵਾਂ ਨਾਲ ਮੁਖਾਤਿਬ ਹੋਣ ਲਈ ਉਹਨਾਂ ਦੇ ਸੰਸਕ੍ਰਿਤਿਕ ਗਿਆਨ 'ਤੇ ਕੇਂਦਰ ਕਰਨਾ, ਕਿ ਟੀਚਰ ਦੀ ਜ਼ਿੰਮੇਵਾਰੀ ਕਿ ਅਸੀਂ ਉਹਨਾਂ ਦੇ ਜਿਹੜੇ ਬੈਕਗਰਾਊਂਡ ਹੈ ਬੱਚਿਆਂ ਦੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਅਕੋਰਡਿੰਗ ਟੂ ਪਿਆਜੇਜ਼ ਕੋਗਨੀਟਿਵ ਡਿਵੈਲਪਮੈਂਟ ਥਿਊਰੀ, ਆ ਕੋਹੈਸਿਵ ਰਿਪੀਟੇਬਲ ਐਕਸ਼ਨ ਸੀਕੁਐਂਸ processing component action that are tightly interconnected and governed by a core meaning is referred as which of the following। ਪੰਜਾਬੀ 'ਚ ਦੇਖ ਲੈਂਦੇ ਹਾਂ ਆਪਾਂ ਜੀ। ਕਹਿੰਦਾ ਕਿ ਪਿਆਜੇ ਦੇ ਬੌਧਿਕ ਵਿਕਾਸ ਸਿਧਾਂਤ ਅਨੁਸਾਰ ਕੰਪੋਨੈਂਟ ਕਿਰਿਆਵਾਂ ਜਿਹੜੀਆਂ ਕਿ ਅੰਦਰੂਨੀ ਅਰਥ ਵਿਵਸਥਾ ਦੁਆਰਾ ਮਜ਼ਬੂਤੀ ਨਾਲ ਜੁੜੀਆਂ ਹੁੰਦੀਆਂ ਹਨ। ਦੇਖੋ ਜੀ ਕੀ ਕਹਿ ਰਿਹਾ ਜੀ, ਪੋਜੈਸਿੰਗ ਕੰਪੋਨੈਂਟ ਐਕਸ਼ਨ ਟਾਈਟਲੀ ਇੰਟਰਕਨੈਕਟਿਡ ਬਾਈ ਅ ਕੋਰ ਮੀਨਿੰਗ। ਸੋ ਦੇਖੋ ਇਹਦਾ ਜਿਹੜਾ ਸਭ ਤੋਂ ਜਿਹੜਾ ਇਹਦਾ ਆਨਸਰ ਹੈ ਉਹ ਕੀ ਹੈ ਜੀ, ਏ, ਸਕੀਮਾ। ਸਕੀਮਾ ਕੀ ਹੁੰਦਾ ਹੈ ਕਿ ਸਾਡੇ ਦਿਮਾਗ ਦੇ ਵਿੱਚ ਜਿਹੜੀਆਂ ਨੌਲੇਜ ਜਿਹੜੀ ਹੈ ਪਹਿਲਾਂ ਤੋਂ ਹੀ ਸਾਡੇ ਅੰਦਰ ਇਮੇਜਿਸ ਬਣੀਆਂ ਹੁੰਦੀਆਂ ਨੇ। ਅੰਦਰੂਨੀ ਅਰਥ ਮਤਲਬ ਇਹੀ ਹੈ ਕਿ ਸਾਡੇ ਦਿਮਾਗ ਦੇ ਅੰਦਰ ਕੋਈ ਚੀਜ਼ਾਂ ਦੇ ਅਰਥ ਜਿਹੜੇ ਉਹ ਪਏ ਹੁੰਦੇ ਨੇ। ਠੀਕ ਹੈ, ਸੋ ਇਹਦਾ ਆਨਸਰ ਕੀ ਹੈ ਜੀ, ਸਕੀਮਾ। 10ਵਾਂ ਕੁਐਸਚਨ, ਕਨਵੈਨਸ਼ਨਲ ਮੋਰੈਲਿਟੀ ਇਜ਼ ਅ ਸਟੇਜ ਵਿਚ ਕਮਜ਼ ਇਨ ਵਿਚ ਆਫ ਦਾ ਫੋਲੋਇੰਗ ਥਿਊਰੀ। ਦੇਖੋ ਕਨਵੈਨਸ਼ਨਲ ਮੋਰੈਲਿਟੀ ਦੀ ਗੱਲ ਹੈ ਜੀ। ਹੁਣ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੋਰਲ ਜਿਹੜੀ ਥਿਊਰੀ ਹੈ ਉਹ ਮੋਰਲ ਥਿਊਰੀ ਦੇ ਵਿੱਚ ਹੀ ਮੋਰੈਲਿਟੀ ਦੀ ਗੱਲ ਕੀਤੀ ਗਈ ਹੈ। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਕੀ ਹੈ ਜੀ, ਆਪਸ਼ਨ ਨੰਬਰ ਬੀ। ਦੇਖੋ ਕੋਗਨੀਟਿਵ ਪਿਆਜੇ ਦੀ ਥਿਊਰੀ, ਇਹਦੇ ਵਿੱਚ ਕਨਵੈਨਸ਼ਨਲ ਮੋਰੈਲਿਟੀ ਦੀ ਗੱਲ ਨਹੀਂ ਕੀਤੀ ਗਈ, ਥਿਊਰੀ ਆਫ ਇੰਸਟਰਕਸ਼ਨ 'ਚ ਵੀ ਨਹੀਂ ਗੱਲ ਕੀਤੀ ਗਈ, ਟਰਾਇਲ ਐਂਡ ਐਰਰ 'ਚ ਵੀ ਨਹੀਂ ਗੱਲ ਕੀਤੀ ਗਈ। ਸੋ ਐਲੀਮੀਨੇਟ ਨਾਲ ਵੀ ਆਨਸਰ ਆ ਜਾਂਦਾ ਹੈ ਬੀ। ਅਗਲਾ ਕੁਐਸਚਨ ਹੈ, ਵਿਚ ਥਿਊਰੀ ਇਜ਼ ਬੇਸਡ ਔਨ ਦਾ ਪ੍ਰਿੰਸੀਪਲ ਦੈਟ ਲਰਨਰ ਕੰਸਟਰਕਟਸ ਨਿਊ ਆਈਡੀਆਜ਼ ਔਰ ਕੰਸੈਪਟ। ਸੋ ਦੇਖੋ ਕਹਿੰਦੇ ਕਿਹੜੀ ਥਿਊਰੀ ਦੇ ਮੁਤਾਬਿਕ ਜਿਹੜੇ ਲਰਨਰ ਹੈ, ਜਿਹੜੇ ਬੱਚੇ ਹੁੰਦੇ ਨੇ, ਐਕਟਿਵ ਸਾਇੰਟਿਸਟ ਹੁੰਦੇ ਨੇ, ਕੰਸਟਰਕਟ ਨਿਊ ਆਈਡੀਆਜ਼ ਔਰ ਕੰਸੈਪਟ। ਦੇਖੋ ਜਿੱਥੇ ਨਿਊ ਆਈਡੀਆ ਔਰ ਕੰਸੈਪਟ ਆ ਗਿਆ ਉੱਥੇ ਹਮੇਸ਼ਾ ਕਿਹੜੀ ਗੱਲ ਹੋਣੀ ਹੈ, ਕੋਗਨੀਟਿਵ ਕੰਸਟਰਕਟਿਵਿਜ਼ਮ। ਪਿਆਜੇ ਦੀ ਜੋ ਇਹਦੇ ਗੱਲ ਪਿਆਜੇ ਵੀ ਕਰਦਾ ਹੈ ਕਿ ਨਿਊ ਆਈਡੀਆਜ਼ ਜਿਹੜੇ ਕੰਸੈਪਟ ਉਹ ਬੱਚੇ ਆਪ ਬਣਾਉਂਦੇ ਨੇ, ਲਰਨਰਸ ਆਪ ਕਰਦੇ ਨੇ ਡਿਵੈਲਪ।
ਠੀਕ ਹੈ। ਸੋ ਦੇਖੋ ਸੋਸ਼ਲ 'ਚ ਵੀ ਨਹੀਂ ਗੱਲ ਹੋ ਸਕਦੀ, ਰੈਡੀਕਲ 'ਚ ਵੀ ਨਹੀਂ ਗੱਲ ਹੋ ਸਕਦੀ, ਸਪਾਇਰਲ 'ਚ ਵੀ ਨਹੀਂ ਹੋ ਸਕਦੀ। ਸੋ ਇਹ ਵੀ ਐਲੀਮੀਨੇਟ ਦੇ ਨਾਲ ਆਨਸਰ ਆ ਜਾਂਦਾ ਹੈ। ਵਿਚ ਆਫ ਦਾ ਫੋਲੋਇੰਗ ਇਜ਼ ਦਾ ਕਰੈਕਟਰਿਸਟਿਕਸ ਆਫ ਸੈਲਫ ਅਵੇਅਰਨੈਸ ਇਨ ਦਾ ਮਾਡਲ ਆਫ ਇਮੋਸ਼ਨਲ ਇੰਟੈਲੀਜੈਂਸ। ਦੇਖੋ ਇਮੋਸ਼ਨਲ ਇੰਟੈਲੀਜੈਂਸ ਦੀ ਇੱਥੇ ਗੱਲ ਕੀਤੀ ਗਈ ਹੈ। ਕਹਿੰਦੇ ਕਿ ਸੈਲਫ ਅਵੇਅਰਨੈਸ ਦਾ ਜਿਹੜਾ ਕਰੈਕਟਰਿਸਟਿਕਸ ਉਹ ਕੀ ਹੈ ਕਿ ਨੋ ਹਾਊ ਟੂ ਕੰਟਰੋਲ ਇੰਪਲਸਿਸ। ਸੋ ਇਹ ਵੀ ਨਹੀਂ ਹੈਗਾ ਕਿ ਆਪਣੇ ਇੰਪਲਸਿਸ ਨੂੰ ਕੰਟਰੋਲ ਕਰਨਾ ਜਿਹੜਾ ਹੈ ਉਹਦੇ ਵਿੱਚ ਆ ਜਾਂਦਾ ਹੈ ਸੈਲਫ ਅਵੇਅਰਨੈਸ ਦੇ ਵਿੱਚ। ਸੀ ਆਪਸ਼ਨ ਦੇਖਦੇ ਹਾਂ ਜੀ, ਏਬਲ ਟੂ ਸੈਟ ਸਮੋਲ ਸਟੈਪ ਟੂ ਅਚੀਵ ਲਾਰਜ ਗੋਲਸ। ਸੋ ਇਹ ਵੀ ਨਹੀਂ ਹੈਗਾ ਕਿ ਛੋਟੇ ਛੋਟੇ ਸਟੈਪ ਉਹ ਕੀਤੇ ਜਾਣ ਕਿ ਅਚੀਵ ਲਾਰਜ ਗੋਲ ਹੈ ਨਾ, ਜਦ ਕਿ ਇਮੋਸ਼ਨਲ ਇੰਟੈਲੀਜੈਂਸ ਇਸ ਬਾਰੇ ਕੋਈ ਗੱਲ ਨਹੀਂ ਹੈਗੀ। ਏਬਲ ਟੂ ਗੈਟ ਅਲੋਂਗ ਵਿਦ ਅਦਰਸ, ਇਹਦੇ ਬਾਰੇ ਵੀ ਨਹੀਂ ਗੱਲ ਹੈਗੀ ਕਿ ਹੋਰਨਾਂ ਨਾਲ ਕੰਮ ਕਰਨ ਦੇ ਕਾਬਲ ਹੋਣਾ ਇਹ ਤਾਂ ਬਿਲਕੁਲ ਹੀ ਗਲਤ ਹੈ। ਸੋ ਇਹਦਾ ਸਹੀ ਆਨਸਰ ਕੀ ਹੈ ਜੀ, ਬੀ ਨੋ ਯੂਰ ਓਨ ਇਮੋਸ਼ਨਲ ਸਟ੍ਰੈਟਜੀਜ਼ ਐਂਡ ਵੀਕਨੈਸ, ਕਿ ਆਪਣੀਆਂ ਭਾਵਨਾਤਮਕ ਯੋਜਨਾਵਾਂ ਅਤੇ ਕਮਜ਼ੋਰੀਆਂ ਨੂੰ ਜਾਣਨਾ। ਇਹੀ ਸੈਲਫ ਅਵੇਅਰਨੈਸ ਹੈ ਕਿ ਅਸੀਂ ਆਪਣੀਆਂ ਜਿਹੜੀਆਂ ਵੀਕਨੈਸ ਹੈ ਉਹਨੂੰ ਆਪਾਂ ਮਤਲਬ ਉਹਨਾਂ ਨੂੰ ਆਪਾਂ ਜਾਣੀਏ, ਕੋਸ਼ਿਸ਼ ਕਰੀਏ। who gave the concept of extroversion and introversion of trait theory of personality, ਕਿ ਸ਼ਖਸੀਅਤ ਦੀ ਟਰੇਡ ਸਿਧਾਂਤ ਦੀ ਬਾਹਰਮੁਖੀ ਅਤੇ ਅੰਤਰਮੁਖੀ ਧਾਰਨਾ ਜਿਹੜੀ ਹੈ ਉਹਦੇ ਬਾਰੇ ਇਹ ਕਿਹਨੇ ਕੰਸੈਪਟ ਉਹਦਾ ਦਿੱਤਾ ਹੈ। ਸੋ ਉਹਦਾ ਆਨਸਰ ਕੀ ਹੈ ਜੀ, ਕਾਰਲ ਜੰਗ। ਇਹ ਤੁਸੀਂ ਯਾਦ ਰੱਖਣਾ ਕਿ ਜਦੋਂ ਵੀ ਐਕਸਟਰੋਵਰਜਨ ਔਰ ਇੰਟਰੋਵਰਜਨ ਦੀ ਗੱਲ ਹੋਈ ਪਰਸਨੈਲਿਟੀ ਰਿਲੇਟਡ, ਉਹ ਕਾਰਲ ਜੰਗ ਨੇ ਹੀ ਉਹਦੇ ਬਾਰੇ ਗੱਲ ਕੀਤੀ ਹੈ। ਸੋ ਅੱਗੇ ਚੱਲਦੇ ਹਾਂ। ਵਿਚ ਆਫ ਦਾ ਫੋਲੋਇੰਗ ਰੈਫਰਸ ਟੂ ਜੈਂਡਰ ਡਿਵੀਜ਼ਨ, ਕਹਿੰਦੇ ਕਿ ਹੇਠ ਦਿੱਤਿਆਂ ਵਿੱਚੋਂ ਕਿਹੜਾ ਲਿੰਗ ਵੰਡ ਵੱਲ ਸੰਕੇਤ ਕਰਦਾ ਹੈ। ਠੀਕ ਹੈ ਜੀ, ਜੈਂਡਰ ਡਿਵੀਜ਼ਨ ਦੇ ਜਿਹੜਾ ਹੈ ਉਹ ਕਿਹੜਾ ਸੰਕੇਤ ਕਰਦਾ ਹੈ ਉਸ ਵੱਲ। ਹਾਇਰਾਰਕੀਅਲ ਅਨਇਕੁਅਲ ਰੋਲ ਅਸਾਈਨਡ ਟੂ ਬੋਆਏ ਐਂਡ ਗਰਲ ਬਾਏ ਸੋਸਾਇਟੀ, ਕਿ ਸਮਾਜ ਦੁਆਰਾ ਲੜਕਾ ਅਤੇ ਲੜਕੀ ਨੂੰ ਸੌਂਪੀਆਂ ਗਈਆਂ ਅਸਮਾਨ ਭੂਮਿਕਾਵਾਂ। ਕਿ ਬਾਇਓਲੋਜੀਕਲ ਡਿਫਰੈਂਸਿਸ ਬਿਟਵੀਨ ਬੋਆਏ ਐਂਡ ਗਰਲ, ਲੜਕਾ ਅਤੇ ਲੜਕੀ ਵਿਚਕਾਰ ਜੈਵਿਕ ਅੰਤਰ। ਰੇਸ਼ੀਓ ਆਫ ਮੇਲ ਚਾਈਲਡ ਐਂਡ ਫੀਮੇਲ, ਨਰ ਬੱਚੇ ਅਤੇ ਮਾਦਾ ਦਾ ਅਨੁਪਾਤ। ਡਿਵੀਜ਼ਨ ਬਿਟਵੀਨ ਮੇਲ ਸਟੂਡੈਂਟ ਐਂਡ ਫੀਮੇਲ ਸਟੂਡੈਂਟ, ਨਰ ਵਿਦਿਆਰਥੀ ਅਤੇ ਮਾਦਾ ਵਿਦਿਆਰਥੀ ਵਿਚਕਾਰ ਵੰਡ। ਹੁਣ ਦੇਖੋ ਇਹਨਾਂ ਵਿੱਚੋਂ ਕਿਹੜੀ ਚੀਜ਼ ਵੱਲ ਜਿਹੜਾ ਜੈਂਡਰ ਡਿਵੀਜ਼ਨ ਹੈ ਜੇ ਮਤਲਬ ਕਿ ਲਿੰਗ ਆਧਾਰਿਤ ਕਈ ਵਾਰ ਪੱਖਪਾਤ ਜਿਹੜਾ ਕੀਤਾ ਜਾਂਦਾ ਹੈ, ਉਹ ਇਹਨਾਂ 'ਚੋਂ ਕਿਹੜਾ ਪੁਆਇੰਟ ਹੋ ਸਕਦਾ ਹੈ। ਸੋ ਦੇਖੋ ਇਹਦਾ ਜਿਹੜਾ ਆਪਸ਼ਨ ਸਹੀ ਹੈ ਉਹ ਕੀ ਹੈ ਜੀ, ਏ ਆਪਸ਼ਨ। ਕਿ ਜਿਹੜਾ ਸ਼ੁਰੂ ਤੋਂ ਹੀ ਇਹ ਕਰ ਦਿੱਤਾ ਜਾਂਦਾ ਹੈ ਨਾ ਕਿ ਕੰਮ ਦੇ ਦਿੱਤਾ ਜਾਂਦਾ ਹੈ ਲੜਕਾ ਲੜਕੀਆਂ ਨੂੰ ਅਲੱਗ-ਅਲੱਗ। ਕਿ ਮੰਨ ਲਓ ਸਪੋਜ਼ ਕਰੀਏ ਕਿ ਜੇਕਰ ਕੋਈ ਕਿਚਨ ਦਾ ਕੰਮ ਹੈ ਤਾਂ ਅਸੀਂ ਕਹਾਂਗੇ ਕਿ ਉਹ ਹਮੇਸ਼ਾ ਜਿਹੜੀ ਗਰਲ ਹੈ ਉਹੀ ਕਰੇਗੀ। ਕੋਈ ਬਾਹਰਲਾ ਕੋਈ ਭਾਰੀ ਕੰਮ ਹੈ ਉਹ ਹਮੇਸ਼ਾ ਜਿਹੜਾ ਮੇਲ ਹੀ ਕਰੇਗਾ, ਹੈ ਨਾ, ਉਹ ਕੋਈ ਮੁੰਡਾ ਹੀ ਕਰ ਸਕਦਾ ਹੈ। ਸੋ ਜਿਹੜੀ ਇਹ ਧਾਰਨਾਵਾਂ ਜਿਹੜੀਆਂ ਬਣਾ ਦਿੱਤੀਆਂ ਜਾਂਦੀਆਂ ਇਹ ਜਿਹੜਾ ਜੈਂਡਰ ਡਿਵੀਜ਼ਨ ਨੂੰ ਰੈਫਰ ਕਰਦੇ ਆ, ਸੰਕੇਤ ਕਰਦਾ ਆ। ਠੀਕ ਹੈ ਨਾ ਜੀ। ਅਗਲਾ ਕੁਐਸਚਨ ਹੈ ਜੀ, ਰੀਕਾਲ ਟਾਈਪ ਐਂਡ ਰਿਕੋਗਨੀਸ਼ਨ ਟਾਈਪ ਟੈਸਟ ਆਰ ਟਾਈਪਸ ਆਫ। ਕਹਿੰਦੇ ਕਿ ਕਿਹੜਾ ਟੈਸਟ ਹੈ ਜਿਹਦੇ ਵਿੱਚ ਯਾਦ ਕਰਨ ਕਿਸਮ ਪ੍ਰਕਿਰਿਆ ਅਤੇ ਸ਼ਨਾਖਤ ਕਰਨਾ ਕਿਸਮ ਪ੍ਰੀਖਿਆ ਜਿਹੜੀ ਹੈ ਉਹ ਹੁੰਦੀ ਹੈ। ਕਿਹਦੇ ਵਿੱਚ ਹੁੰਦੀ ਹੈ, ਐਸੇ ਵਿੱਚ। ਦੇਖੋ ਐਸੇ ਦੇ ਵਿੱਚ ਰੀਕਾਲ ਆਪਸ਼ਨ ਨਹੀਂ ਹੁੰਦੀ, ਸ਼ਾਰਟ ਆਨਸਰ ਟਾਈਪ 'ਚ ਵੀ ਨਹੀਂ ਹੁੰਦੀ, ਹੈ ਨਾ, ਕਿ ਸ਼ਨਾਖਤ ਕਰਨਾ। ਦੇਖੋ ਵੈਰੀ ਸ਼ਾਰਟ 'ਚ ਵੀ ਨਹੀਂ ਹੁੰਦੀ। ਦੇਖੋ ਇੱਥੋਂ ਸ਼ਨਾਖਤ ਤੋਂ ਤੁਸੀਂ ਦੇਖ ਸਕਦੇ, ਸ਼ਨਾਖਤ ਕੀ ਹੁੰਦਾ ਜੀ, ਪਹਿਚਾਣ ਕਰਨਾ, ਕਿਸ ਨੂੰ ਪਹਿਚਾਨਣਾ। ਠੀਕ ਹੈ। ਸੋ ਉਹਦਾ ਆਨਸਰ ਕੀ ਹੈ ਜੀ, ਆਪਸ਼ਨ ਸੀ, ਕਿ ਓਬਜੈਕਟਿਵ ਟਾਈਪ ਟੈਸਟ। ਜਿਹੜੇ ਓਬਜੈਕਟਿਵ ਕੁਐਸਚਨਸ ਹੁੰਦੇ ਨੇ ਉਹਦੇ ਵਿੱਚ ਹੀ ਅਸੀਂ ਪੁਰਾਣੀ ਨੌਲੇਜ ਨੂੰ ਰੀਕਾਲ ਕਰਦੇ ਹਾਂ ਅਤੇ ਸ਼ਨਾਖਤ ਕਰਦੇ ਹਾਂ। 4 ਆਪਸ਼ਨਸ ਹੁੰਦੀਆਂ ਨੇ ਸਾਡੇ ਕੋਲ, A B C D ਆਪਸ਼ਨ ਹੁੰਦੀਆਂ, ਉਹਦੇ ਵਿੱਚੋਂ ਆਪਾਂ ਇੱਕ ਦੀ ਸ਼ਨਾਖਤ ਕਰਦੇ ਹਾਂ। 16ਵਾਂ ਕੁਐਸਚਨ ਹੈ ਜੀ, ਵਟ ਇਜ਼ ਦਾ ਫੁੱਲ ਫਾਰਮ ਆਫ ICIDH। ICIDH ਇਹਦੀ ਜਿਹੜੀ ਫੁੱਲ ਫਾਰਮ ਹੈ ਉਹ ਕੀ ਹੈ ਜੀ। ਸੋ ਉਹਦੀ ਫੁੱਲ ਫਾਰਮ ਕੀ ਹੈ ਜੀ, ਆਪਸ਼ਨ ਨੰਬਰ D, ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ ਇੰਪੇਅਰਮੈਂਟ ਡਿਸਐਬਿਲਿਟੀਜ਼ ਐਂਡ ਹੈਂਡੀਕੈਪਸ। ਠੀਕ ਹੈ ਜੀ, ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ ਇੰਪੇਅਰਮੈਂਟ। ਠੀਕ ਹੈ ਜੀ। ਸੋ ਅਗਲਾ ਆਪਸ਼ਨ ਹੈ ਜੀ, ਕੁਐਸਚਨ ਹੈ ਦ ਕੰਸੈਪਟ ਆਈਡੈਂਟੀਟੀ ਵਰਸਿਸ ਰੋਲ ਕਨਫਿਊਜ਼ਨ ਹੈਪਨਸ ਇਨ, ਮਤਲਬ ਕਹਿੰਦੇ ਕਿ ਜਿਹੜੀ ਪਹਿਚਾਣ ਬਣਾਉਣ ਭੂਮਿਕਾ ਉਲਝਣ ਹੈ, ਕਿ ਜਦੋਂ ਉਹ ਬੱਚਾ ਆਪਣੀ ਪਹਿਚਾਣ ਬਣਾਉਣਾ ਚਾਹੁੰਦਾ ਹੈ ਉਹ ਉਲਝਣਾਂ 'ਚ ਵੀ ਹੁੰਦਾ ਹੈ, ਕਨਫਿਊਜ਼ ਵੀ ਹੁੰਦਾ ਹੈ। ਉਹ ਕਿਹੜੀ ਸਟੇਜ ਹੁੰਦੀ ਹੈ,
ਕਿ ਉਹ अर्ਲੀ ਚਾਈਲਡਹੁੱਡ ਸਟੇਜ ਹੁੰਦੀ ਹੈ। ਦੇਖੋ ਚਾਈਲਡਹੁੱਡ ਸਟੇਜ ਜਿਹੜੀ ਚਾਈਲਡਹੁੱਡ ਤੋਂ ਪਹਿਲਾਂ ਦੀ ਗੱਲ ਹੈ, ਉਹਦੇ ਵਿੱਚ ਬੱਚੇ ਨੂੰ ਹਜੇ ਆਪਣੀ ਪਹਿਚਾਣ ਬਾਰੇ ਨਹੀਂ ਇੰਨਾ ਕੁਛ ਪਤਾ ਹੁੰਦਾ ਕਿ ਪਹਿਚਾਣ ਬਣਾਉਣੀ ਹੈ। ਸੋ ਦੇਖੋ ਚਾਈਲਡਹੁੱਡ ਵਿੱਚ ਵੀ ਨਹੀਂ ਹੁੰਦਾ, ਬਚਪਨ 'ਚ ਵੀ ਨਹੀਂ ਬੱਚੇ ਨੂੰ ਇੰਨਾ ਪਤਾ ਹੁੰਦਾ। ਮਿਡਲ ਚਾਈਲਡਹੁੱਡ 'ਚ ਥੋੜ੍ਹਾ ਬਹੁਤਾ ਹੁੰਦਾ ਪਰ ਇੰਨਾ ਨਹੀਂ। ਸੋ ਜਿਹੜੇ ਦਾ ਜ਼ਿਆਦਾ ਜਿਹੜਾ ਕਰੀਬ ਆਨਸਰ ਉਹ ਕੀ ਹੈ, ਆਪਸ਼ਨ ਨੰਬਰ ਬੀ ਐਡੋਲਸੈਂਟ ਸਟੇਜ। ਇਹਦੇ ਵਿੱਚ ਉਹ ਥੋੜ੍ਹਾ ਯੰਗ ਹੁੰਦਾ ਹੈ, ਉਹਨੂੰ ਆਪਣੀ ਆਈਡੈਂਟੀਟੀ ਦਾ ਹੁੰਦਾ ਕਿ ਮੈਂ ਆਪਣੀ ਪਹਿਚਾਣ ਬਣਾਉਣੀ, ਮੈਂ ਆਪਣੀ ਛਾਪ ਛੱਡਣੀ ਹੈ ਨਾ। ਸੋ ਉਹਦਾ ਆਪਸ਼ਨ ਸਹੀ ਕੀ ਹੈ ਕਿ ਜੀ ਬੀ। ਅਗਲਾ ਕੁਐਸਚਨ ਹੈ ਦ ਰਾਈਟ ਸੀਕੁਐਂਸ ਆਫ ਮੇਜਰ ਸਟੇਜ ਆਫ ਕੋਗਨੀਟਿਵ ਗਰੋਥ ਐਜ਼ ਪ੍ਰਪੋਜ਼ਡ ਬਾਏ ਜੀਰੋਮ ਬਰੂਨਰ। ਦੇਖੋ ਕੀ ਕਹਿੰਦੇ ਜੀ, ਬਰੂਨਰ ਨੇ ਕੋਈ ਕੰਸੈਪਟ ਦਿੱਤਾ ਹੈ ਕੋਗਨੀਟਿਵ ਗਰੋਥ ਦਾ, ਠੀਕ ਹੈ। ਉਹਦੇ ਵਿੱਚ ਇਹ ਦੱਸਣਾ ਹੈ ਕਿ ਸੀਕੁਐਂਸ ਕਿਹੜਾ ਉਹਨੇ ਦੱਸਿਆ ਹੈ ਐਗਜ਼ੈਕਟ, ਠੀਕ ਹੈ ਜੀ। ਦੇਖੋ ਪਹਿਲਾਂ ਇਹ ਦੱਸੀਏ ਕਿ ਜਿਹੜੀ ਜੀਰੋਮ ਬਰੂਨਰ ਨੇ ਜਿਹੜੀ ਉਹਨੇ ਕੰਸਟਰਕਟਿਵਿਸਟ ਜਿਹੜੀ ਹੈ ਉਹਨੇ ਜਿਹੜੀ ਥਿਊਰੀ ਹੈ ਉਹ ਦਿੱਤੀ ਹੈ, ਠੀਕ ਹੈ। ਸੋ ਉਹਦੇ ਵਿੱਚ ਕੰਸਟਰਕਟਿਵਿਸਟ ਉਹਨੇ ਇਹ ਕਿਹਾ ਆ, ਸੋ ਪਹਿਲੇ ਤਾਂ ਮੈਂ ਸਹੀ ਆਪਸ਼ਨ ਦੱਸ ਦੂੰਗਾ ਇਹਦਾ ਸੀਕੁਐਂਸ ਕੀ ਹੈ, ਥੋੜ੍ਹਾ ਜਿਹਾ ਐਕਸਪਲੇਨ ਫਿਰ ਹੋ ਜਾਏਗਾ। ਇਹਦਾ ਸਹੀ ਆਪਸ਼ਨ ਹੈ ਜੀ ਸੀ। ਪਹਿਲਾ ਇਨੈਕਟਿਵ ਹੈ, ਫਿਰ ਆਈਕੋਨਿਕ, ਫਿਰ ਸਿੰਬੋਲਿਕ। ਦੇਖੋ ਜਿਹੜਾ ਪਹਿਲਾ ਹੈ ਇਨੈਕਟਿਵ, ਠੀਕ ਹੈ ਜੀ। ਇਨੈਕਟਿਵ ਦਾ ਮਤਲਬ ਕੀ ਹੈ ਕਿ ਜਿਹੜਾ ਬੱਚਾ ਹੈ ਜਦੋਂ ਛੋਟਾ ਹੁੰਦਾ ਹੈ, ਉਹ ਜਦੋਂ ਮੈਮਰੀ ਆਪਣੇ ਅੰਦਰ ਸਟੋਰ ਕਰਦਾ ਹੈ, ਉਹ ਇਨਫੋਰਮੇਸ਼ਨ ਆਪਣੇ ਅੰਦਰ ਸਟੋਰ ਕਰਦਾ ਹੈ, ਉਹ ਕਿਵੇਂ ਕਰਦਾ ਹੈ, ਉਹ ਸਾਰੀ ਜਿਹੜੀ ਐਕਟੀਵਿਟੀਜ਼ ਹੈ ਜਿਹਦੇ ਨਾਲ ਇਨਫੋਰਮੇਸ਼ਨ ਸਟੋਰ ਕਰਦਾ ਹੈ, ਉਹ ਉਹਦੇ ਫਿਜ਼ੀਕਲ ਐਕਸ਼ਨਸ ਹੁੰਦੇ ਨੇ, ਫਿਜ਼ੀਕਲ ਐਕਸ਼ਨਸ ਹੁੰਦੇ ਨੇ, ਜਿਹਨੂੰ ਕਿ ਪਿਆਜੇ ਨੇ ਵੀ ਆਪਣੀ ਪਹਿਲੀ ਸਟੇਜ 'ਚ ਕਿਹਾ ਹੈ ਕਿ ਸਾਈਕੋਮੋਟਰ ਸਟੇਜ, ਠੀਕ ਹੈ। ਮਤਲਬ ਕਿ ਜਿਹਦੇ ਵਿੱਚ ਜਿਹੜਾ ਬੱਚਾ ਹੈ ਉਹ ਆਪਣੇ ਹੱਥਾਂ ਦੇ ਨਾਲ ਚੀਜ਼ਾਂ ਨੂੰ ਛੂਹ ਕੇ ਜਿਹੜੀ ਇਨਫੋਰਮੇਸ਼ਨ ਹੈ ਉਹ ਗ੍ਰੈਬ ਕਰਦਾ ਹੈ, ਠੀਕ ਹੈ ਜੀ। ਮਤਲਬ ਫਿਜ਼ੀਕਲ ਐਕਸ਼ਨ ਬੇਸਡ ਜਿਹੜੀ ਇਹ ਥਿਊਰੀ ਹੁੰਦੀ ਹੈ। ਇਨੈਕਟਿਵ ਤੋਂ ਮਤਲਬ ਅਸੀਂ ਯਾਦ ਰੱਖੀਏ ਕਿ ਐਕਟਿਵ ਹੋਣਾ, ਬੱਚੇ ਐਕਟਿਵ ਹੁੰਦੇ ਨੇ, ਉਹ ਆਪਣੇ ਫਿਜ਼ੀਕਲ ਐਕਸ਼ਨਸ ਦੇ ਨਾਲ ਹੀ ਜਿਹੜੇ ਹੈ ਆਪਣੇ ਕੋਈ ਵੀ ਇਨਫੋਰਮੇਸ਼ਨ ਨੂੰ ਆਪਣੇ ਅੰਦਰ ਗ੍ਰੈਬ ਕਰਦੇ ਨੇ, ਠੀਕ ਹੈ। ਸਪੋਜ਼ ਕਰ ਲਓ ਕਿ ਟੈਡੀ ਹੈ, ਜਿਵੇਂ ਟੈਡੀ ਬਹੁਤ ਸੌਫਟ ਹੁੰਦਾ ਹੈ ਨਾ, ਸੋ ਉਹਨੇ ਟੈਡੀ ਨੂੰ ਛੂਹ ਕੇ ਦੇਖਣਾ ਹੈ, ਉਹਨੂੰ ਖੇਡਣਾ ਹੈ, ਉਹਨੂੰ ਸੁੱਟਣਾ ਹੈ। ਸੋ ਮਤਲਬ ਉਹਨੂੰ ਪਤਾ ਲੱਗ ਜਾਂਦਾ ਕਿ ਇਹ ਚੀਜ਼ ਮਤਲਬ ਹੈ ਮੇਰੇ ਲਈ ਹੈ ਨਾ, ਬਹੁਤ ਸੌਫਟ ਹੈ, ਉਹਨੂੰ ਵਧੀਆ ਲੱਗਦੀ ਹੈ। ਸੋ ਜਿਹੜੀ ਉਹ ਇਨਫੋਰਮੇਸ਼ਨ ਹੈ ਉਹ ਉਹਨੂੰ ਇੱਦਾਂ ਹੀ ਗ੍ਰੈਬ ਕਰਦਾ ਹੈ, ਠੀਕ ਹੈ ਜੀ। ਇਹ ਹੋ ਗਿਆ ਇਨੈਕਟਿਵ, ਇਹ ਪਹਿਲੀ ਸਟੇਜ ਹੈ। ਹੁਣ ਦੂਸਰੀ ਸਟੇਜ ਕੀ ਹੈ ਕਿ ਬੱਚਾ ਕਿਵੇਂ ਇਨਫੋਰਮੇਸ਼ਨ ਨੂੰ ਆਪਣੇ ਅੰਦਰ ਸਟੋਰ ਕਰਦਾ ਹੈ, ਉਹ ਹੈ ਜੀ ਆਈਕੋਨਿਕ, ਠੀਕ ਹੈ ਜੀ। ਆਈਕੋਨਿਕ ਨੂੰ ਅਸੀਂ ਇੱਦਾਂ ਯਾਦ ਰੱਖ ਲਈ ਜਿਵੇਂ ਆਈਕਨ ਹੁੰਦਾ ਹੈ ਨਾ। ਆਈਕਨ ਤੁਸੀਂ ਇੱਦਾਂ ਯਾਦ ਰੱਖੀਏ ਕਿ ਇਹ ਜਿਹੜੀ ਹੈ ਸਟੇਜ ਜਾਂ ਆਪਾਂ ਇਹ ਸੀਕੁਐਂਸ ਜਿਹੜਾ ਹੈ ਇਹ ਇਮੇਜਡ ਬੇਸਡ ਹੁੰਦਾ ਹੈ, ਇਹ ਇਮੇਜ ਬੇਸਡ ਹੁੰਦਾ ਹੈ। ਮਤਲਬ ਕਿ ਬੱਚਾ ਜਦੋਂ ਕੋਈ ਚੀਜ਼ ਦੇਖਦਾ ਹੈ ਉਹਨੂੰ ਆਪਣੇ ਅੰਦਰ ਇੱਕ ਤਰ੍ਹਾਂ ਦੀ ਇਮੇਜ ਬਣਾ ਲੈਂਦਾ ਹੈ। ਜੇ ਅਸੀਂ ਯਾਦ ਰੱਖੀਏ ਕਿ ਜਿਹੜੀ ਇਹ ਇਨਫੋਰਮੇਸ਼ਨ ਇਹਦੇ ਵਿੱਚ ਜਿਹੜੀ ਇਮੇਜਿਸ ਹੁੰਦੀਆਂ ਨੇ ਉਹ ਬੇਸਡ ਹੁੰਦੀਆਂ ਨੇ ਯੂਜ਼ ਆਫ ਅਦਰ ਮੈਂਟਲ ਇਮੇਜਿਸ। ਮਤਲਬ ਬੱਚਾ ਕਿਸੇ ਦੁਆਰਾ ਦੱਸੀਆਂ ਹੋਈਆਂ ਚੀਜ਼ਾਂ ਨੂੰ ਸੁਣ ਕੇ ਆਪਣੇ ਅੰਦਰ ਜਿਹੜਾ ਇਹ ਸਟੋਰ ਕਰਦਾ ਹੈ ਮੈਮਰੀ। ਇਹਦੀ ਜੇ ਆਪਾਂ ਉਹਦੀ ਐਗਜ਼ਾਮਪਲ ਦੇਖ ਲਈ ਕਿ ਜਿਵੇਂ ਕੋਈ ਬੱਚਾ ਹੈ ਉਹਨੂੰ ਅਸੀਂ ਦੱਸਣਾ ਹੈ ਕਿ ਜਿਹੜਾ ਐਲੀਫੈਂਟ ਹੈ, ਠੀਕ ਹੈ, ਐਲੀਫੈਂਟ ਹੈ ਉਹ ਕਿਵੇਂ ਦਾ ਹੁੰਦਾ। ਉਸ ਬੱਚੇ ਨੇ ਕਦੀ ਵੀ ਐਲੀਫੈਂਟ ਨਹੀਂ ਦੇਖਿਆ, ਅਸੀਂ ਉਹਨੂੰ ਕਹਾਂਗੇ ਜੀ ਉਹ ਬਹੁਤ ਵੱਡਾ ਹੁੰਦਾ ਹੈ ਨਾ, ਅਤੇ ਉਹਦੀ ਜਿਹੜੀ ਨੱਕ ਹੈ ਉਹ ਬਹੁਤ ਲੰਬੀ ਹੁੰਦੀ ਹੈ, ਉਹਦੇ ਜਿਹੜੇ ਪੈਰ ਹੈ ਉਹ ਬਹੁਤ ਲੰਬੇ ਹੁੰਦੇ ਨੇ, ਭਾਰੀ ਹੁੰਦੇ ਨੇ ਨਾ, ਪਿੱਲਰ ਵਾਂਗ ਹੁੰਦੇ ਨੇ। ਅਤੇ ਬੱਚੇ ਨੇ ਭਾਵੇਂ ਐਲੀਫੈਂਟ ਨਹੀਂ ਦੇਖਿਆ ਪਰ ਉਹਨੇ ਉਹੀ ਇਨਫੋਰਮੇਸ਼ਨ ਨੂੰ ਐਜ਼ ਇਟ ਇਜ਼ ਮਤਲਬ ਉਹਨੇ ਆਪਣੇ ਮਾਈਂਡ 'ਚ ਰੱਖ ਲੈਣਾ ਹੈ। ਉਹਨੂੰ ਆਪਾਂ ਜੇ ਗਲਤ ਇਨਫੋਰਮੇਸ਼ਨ ਵੀ ਦੇ ਤੀ, ਉਹਨੂੰ ਅਸੀਂ ਮਤਲਬ ਐਲੀਫੈਂਟ ਦੇ ਨਾਲ ਦੱਸਦੇ ਤਾਂ ਅਸੀਂ ਉਹਨੂੰ ਜਿਰਾਫ ਬਾਰੇ ਦੱਸਤਾ ਮੰਨ ਲਓ, ਹੈ ਨਾ, ਕਿ ਜਿਹਦੀ ਲੰਬੀ ਜਿਹੀ ਗਰਦਨ ਹੁੰਦੀ ਉਹ ਐਲੀਫੈਂਟ ਹੁੰਦੀ ਹੈ ਨਾ। ਹੁਣ ਮੰਨ ਲਓ ਬੱਚਾ ਜਦੋਂ ਜੰਗਲ 'ਚ ਗਿਆ ਉਹਨੇ ਜਿਰਾਫ ਦੇਖਿਆ ਅਤੇ ਉਹਨੇ ਜਿਰਾਫ ਨੂੰ ਐਲੀਫੈਂਟ ਕਹੀ ਜਾਣਾ, ਕਿਉਂਕਿ ਆਪਾਂ ਉਹਦੇ ਦਿਮਾਗ ਦੇ ਵਿੱਚ ਇਮੇਜ ਇਹ ਬਣਾਤੀ ਹੈ ਕਿ ਜਿਹੜਾ ਐਲੀਫੈਂਟ ਹੈ ਉਹਦੀ ਗਰਦਨ ਲੰਬੀ ਹੁੰਦੀ ਹੈ ਨਾ। ਸੋ ਬੱਚੇ ਨੂੰ ਤੁਸੀਂ ਜਿਵੇਂ ਦੱਸੋਗੇ ਉਹਨੇ ਉਹੀ ਇਨਫੋਰਮੇਸ਼ਨ ਨੂੰ ਇੱਦਾਂ ਹੀ ਗ੍ਰੈਬ ਕਰ ਲੈਣਾ। ਲਾਸਟ ਕੀ ਹੈ ਜੀ, ਸਿੰਬੋਲਿਕ 'ਚ ਇਹ ਹੈ ਕਿ ਇਹਦੇ ਵਿੱਚ ਜਦੋਂ ਬੱਚਾ ਹੁੰਦਾ ਹੈ ਇਹਦੀ ਜਿਹੜੀ ਏਜ ਵੀ ਹੈ ਉਹ ਆਪਾਂ ਪਹਿਲੀ ਦੀ ਜਿਹੜੀ ਇਨੈਕਟਿਵ ਦੀ ਸਟੇਜ ਹੈ ਉਹ 0 ਤੋਂ 1 ਸਾਲ ਹੁੰਦੀ ਹੈ, ਠੀਕ ਹੈ ਜੀ। ਜਿਹੜੀ ਆਈਕੋਨਿਕ ਦੀ ਹੁੰਦੀ ਹੈ ਉਹ ਹੁੰਦੀ ਹੈ 1 ਤੋਂ 6 ਸਾਲ, ਇਹ ਹੁੰਦੀ ਹੈ ਜੀ 6 ਔਨਵਰਡ 7 ਔਨਵਰਡ। ਸੋ ਸਿੰਬੋਲਿਕ ਦੇ ਵਿੱਚ ਜਿਹੜਾ ਬੱਚਾ ਹੁੰਦਾ ਹੈ ਉਹ ਜਿਹੜੀ ਇਨਫੋਰਮੇਸ਼ਨ ਨੂੰ ਸਟੋਰ ਕਰਦਾ ਹੈ ਇਨ ਦੀ ਫੋਰਮ ਆਫ ਕੋਡਸ ਐਂਡ
ਸਿੰਬਲ। ਠੀਕ ਹੈ ਜੀ, ਸਿੰਬਲਸ ਦੇ ਨਾਲ ਮਤਲਬ ਉਹਨੂੰ ਲੈਂਗੁਏਜ ਦੀ ਸਮਝ ਆਉਣ ਲੱਗ ਜਾਂਦੀ ਹੈ। ਠੀਕ ਹੈ, ਇਹ ਮਤਲਬ ਸਟੇਜ ਜਿਹੜੀ ਹੈ ਲੈਂਗੁਏਜ ਬੇਸਡ ਹੁੰਦੀ ਹੈ। ਠੀਕ ਹੈ ਜੀ, ਸੋ ਅੱਗੇ ਚੱਲਦੇ ਹਾਂ। Who said that if a child will not learn before he is capable to learn, then why bother? And if a child will learn automatically after he has the capability to learn, then why bother? ਪੰਜਾਬੀ 'ਚ ਦੇਖਦੇ ਹਾਂ ਕਿ ਜੇਕਰ ਇੱਕ ਬੱਚਾ ਜਦੋਂ ਉਹ ਸਿੱਖਣ ਦੇ ਯੋਗ ਹੈ ਤਾਂ ਪਹਿਲਾਂ ਨਹੀਂ ਸਿੱਖੇਗਾ, ਫਿਰ ਕਿਉਂ ਫਿਕਰ ਕਰਨੀ ਹੈ? ਅਤੇ ਜੇਕਰ ਬੱਚਾ ਸਿੱਖਣ ਦੀ ਯੋਗਤਾ ਤੋਂ ਬਾਅਦ ਆਪ ਹੀ ਸਿੱਖੇਗਾ ਤਾਂ ਫਿਰ ਕਿਉਂ ਫਿਕਰ ਕਰਨੀ? ਇਹ ਜਿਹੜੀ ਗੱਲ ਹੈ ਕਹਿੰਦੇ ਕਿਹਨੇ ਕਹੀ ਹੈ? ਸੋ ਜਿਹੜਾ ਇਹਦਾ ਆਨਸਰ ਹੈ ਉਹ ਬਰੂਨਰ ਨੇ ਕਿਹਾ ਹੈ। ਦੇਖੋ ਪਿਆਜੇ ਨੇ ਬਿਲਕੁਲ ਵੀ ਇਸ ਬਾਰੇ ਗੱਲ ਨਹੀਂ ਕੀਤੀ। ਹਾਰਡਰ ਨੇ ਮਲਟੀਪਲ ਥਿਊਰੀ ਬਾਰੇ ਗੱਲ ਕੀਤੀ ਹੈ। ਲੀਵ ਬਾਏ ਗੋਟਸੀ ਨੇ ਵੀ ਜੀਨ ਪਿਆਜੇ ਦੇ ਰਿਗਾਰਡਿੰਗ ਗੱਲ ਕੀਤੀ ਹੈ ਕੋਗਨੀਟਿਵ ਦੀ। ਸੋ ਜੀਰੋਮ ਬਰੂਨਰ ਹੀ ਬਚਿਆ ਹੈ। ਸੋ ਆਪਾਂ ਇਸ ਨੂੰ ਇੱਦਾਂ ਵੀ ਆਨਸਰ ਲਗਾ ਸਕਦੇ ਹਾਂ। ਅਗਲਾ ਕੁਐਸਚਨ ਕੀ ਹੈ ਜੀ? ਵਿਚ ਆਫ ਦਾ ਫੋਲੋਇੰਗ ਥਿਊਰੀਜ਼ ਆਈਡੈਂਟੀਫਾਈ 4 ਸਟੇਜਿਸ ਆਫ ਚਾਈਲਡ ਇੰਟਲੈਕਚੁਅਲ ਡਿਵੈਲਪਮੈਂਟ ਸੈਂਸਰੀ ਮੋਟਰ। ਦੇਖੋ ਇਹ ਤਾਂ ਬਹੁਤ ਸੌਖਾ ਹੈ, ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੋਊਗਾ। DC ਆਪਸ਼ਨ ਜੀਨ ਪਿਆਜੇ ਜਿਹੜੀ ਸਹੀ ਆਪਸ਼ਨ ਹੈ ਉਹਨੇ ਹੀ ਸਾਨੂੰ ਇਹ ਥਿਊਰੀ ਦਿੱਤੀ ਹੈ ਜਿਹਦੇ ਵਿੱਚ 4 ਸਟੇਜਿਸ ਉਸਨੇ ਦੱਸੀਆਂ ਨੇ। You have a mixed class of boys and girls. Which method you adopt to improved cooperation between them? ਤੁਹਾਡੇ ਕੋਈ ਕਲਾਸ ਹੈ ਜਿਹਦੇ ਵਿੱਚ ਕੁੜੀਆਂ ਔਰ ਮੁੰਡੇ ਇਕੱਠੇ ਬੈਠੇ ਨੇ। ਠੀਕ ਹੈ, ਮਤਲਬ ਆਪਾਂ ਇੱਦਾਂ ਨਹੀਂ ਕਿ ਇਕੱਠੇ ਬੈਠੇ ਨੇ, ਮਿਕਸ ਕਲਾਸ ਹੈ ਜਿਹਦੇ ਵਿੱਚ ਕੁੜੀਆਂ ਵੀ ਅਤੇ ਮੁੰਡੇ ਵੀ ਨੇ। ਕਹਿੰਦੇ ਕਿਹੜਾ ਜਿਹੜਾ ਮੈਥਡ ਹੈ, ਮਤਲਬ ਤੁਸੀਂ ਉਹਨਾਂ ਵਿਚਕਾਰ ਸਹਿਯੋਗ ਵਿੱਚ ਸੁਧਾਰਨ ਲਈ ਕਿਹੜੀ ਵਿਧੀ ਅਪਣਾਓਗੇ? ਪਹਿਲਾ ਆਪਸ਼ਨ ਹੈ ਕਿ ਆਸਕਿੰਗ ਪੇਰੈਂਟਸ ਟੂ ਡਿਸਕਸ ਇਕੁਐਲਿਟੀ, ਕਿ ਮਾਤਾ ਪਿਤਾ ਨੂੰ ਕਹਾਂਗੇ ਕਿ ਇਹਨਾਂ ਨਾਲ ਸਮਾਨਤਾ ਬਾਰੇ ਵਿਚਾਰ ਵਟਾਂਦਰਾ ਕਰੋ। ਮੇਕਿੰਗ ਬੋਇਜ਼ ਐਂਡ ਗਰਲ ਸ਼ੇਅਰ ਅ ਬੈਂਚ, ਅਸੀਂ ਉਹਨਾਂ ਨੂੰ ਇੱਕੋ ਬੈਂਚ 'ਤੇ ਕਹਾਂਗੇ ਕਿ ਤੁਸੀਂ ਸ਼ੇਅਰ ਕਰੋ ਬੈਂਚ। ਜਾਂ ਸੈਟਿੰਗ ਟਾਸਕ ਵਿਚ ਹੈਵ ਟੂ ਬੀ ਡਨ ਟੂਗੈਦਰ, ਕਿ ਅਜਿਹੇ ਕੰਮ ਦਊਂਗੇ ਜਿਹੜੇ ਇਕੱਠੇ ਕੀਤੇ ਜਾਣ, ਅਜਿਹੇ ਟਾਸਕ ਦਿੱਤੇ ਜਾਣ। ਜਾਂ ਟੋਕਿੰਗ ਅਬਾਊਟ ਇਕੁਐਲਿਟੀ ਇਨ ਲੈਸਨਸ, ਕਿ ਇੱਕ ਪਾਠ ਵਿੱਚ ਸਮਾਨਤਾ ਬਾਰੇ ਗੱਲ ਕਰੋਗੇ। ਸੋ ਜਿਹੜੀ ਇਹਦਾ ਬੈਸਟ ਆਪਸ਼ਨ ਹੈ ਉਹ ਕੀ ਹੈ ਜੀ? C ਆਪਸ਼ਨ ਹੈ ਕਿ ਬੱਚਿਆਂ ਨੂੰ ਉਹਨਾਂ ਦੋਨਾਂ ਨੂੰ ਅਜਿਹੇ ਟਾਸਕ ਦਿੱਤੇ ਜਾਣ ਜੋ ਕਿ ਉਹ ਆਪਣੇ ਕੋਆਪਰੇਸ਼ਨ ਦੇ ਨਾਲ ਇਕੱਠੇ ਬੈਠ ਕੇ ਜਿਹੜੇ ਹੈ ਉਹ ਜਿਹੜਾ ਕੰਮ ਹੈ ਉਹ ਟਾਸਕ ਉਹਨੂੰ ਪੂਰਾ ਕਰ ਸਕਣ। ਸੋ ਅੱਗੇ ਜਾਂਦੇ ਹਾਂ ਜੀ। ਵਿਚ ਮੇਕਸ ਐਨ ਅਡੋਲਸੈਂਟ ਰਿਵੋਲਟ ਅਗੇਂਸਟ ਅਥੋਰਿਟੀ, ਹੇਠ ਵਿੱਚੋਂ ਕਿਹੜਾ ਇੱਕ ਕਿਸ਼ੋਰ ਨੂੰ ਅਧਿਕਾਰੀ ਦੇ ਵਿਰੁੱਧ ਵਿਦਰੋਹ ਕਰਾਉਂਦਾ ਹੈ? ਹੀ ਥਿੰਕਸ ਦੈਟ ਹੀ ਇਜ਼ ਮੈਚਿਓਰ ਇਨਫ, ਉਹ ਸੋਚਦਾ ਇੱਕ ਕਾਫੀ ਸਿਆਣਾ ਹੈ। ਹਿਜ਼ ਵਾਂਟਸ ਫॉर ਰਿਕੋਗਨੀਸ਼ਨ ਐਂਡ ਇੰਡੀਪੈਂਡੈਂਸ ਆਫ ਥਾਟਸ ਐਂਡ ਐਕਸ਼ਨਸ, ਹੀ ਥਿੰਕ ਹੀ ਇਜ਼ ਇੰਟੈਲੀਜੈਂਟ ਇਨਫ, ਜਾਂ ਹੀ ਬਿਲੀਵਸ ਦੈਟ ਹੀ ਡਜ਼ਨਟ ਨੀਡ ਐਨੀ ਐਡਵਾਈਸ। ਠੀਕ ਹੈ ਜੀ, ਉਹ ਇਸ ਅਡੋਲਸੈਂਟ ਦੀ ਸਟੇਜ ਦੇ ਵਿੱਚ ਉਹ ਬੱਚਾ ਕੀ ਕਹਿੰਦਾ ਹੈ? ਇਹਦੀ ਜਿਹੜੀ ਸਹੀ ਆਪਸ਼ਨ ਹੈ ਉਹ ਆਪਸ਼ਨ ਹੈ B, ਕਿ ਹਿਜ਼ ਵਾਂਟ ਫॉर ਰਿਕਗਨੀਸ਼ਨ ਐਂਡ ਇੰਡੀਪੈਂਡੈਂਸ ਆਫ ਥਾਟਸ ਐਂਡ ਐਕਸ਼ਨ, ਉਹ ਵਿਚਾਰਾਂ ਅਤੇ ਕੰਮਾਂ ਦੀ ਮਾਨਤਾ ਅਤੇ ਆਜ਼ਾਦੀ ਚਾਹੁੰਦਾ ਹੈ। ਉਹ ਚਾਹੁੰਦਾ ਹੈ ਬੱਚਾ ਅਡੋਲਸੈਂਟ ਦੀ ਸਟੇਜ ਦੇ ਵਿੱਚ ਕਿ ਮੈਨੂੰ ਆਪਣੇ ਆਪ ਮਨਮਰਜ਼ੀ ਕਰਨੀ ਜਿਹੜੀ ਹੈ, ਮੈਂ ਮਤਲਬ ਆਪਣੇ ਕੰਮ ਜਿਹੜੇ ਉਹ ਆਪ ਕਰਾਂ, ਮੈਨੂੰ ਆਜ਼ਾਦੀ ਹੋਵੇ, ਮੇਰੇ 'ਤੇ ਵਿਚਾਰ ਨਾ ਥੋਪੇ ਜਾਣ, ਮੇਰੇ 'ਤੇ ਕੰਮ ਨਾ ਥੋਪੇ ਜਾਣ ਕਿ ਇੱਦਾਂ ਨਹੀਂ ਕਰਨਾ ਇੱਦਾਂ ਕਰਨਾ ਹੈ। ਠੀਕ ਹੈ ਨਾ ਜੀ, ਮਤਲਬ ਬੱਚੇ ਤੁਹਾਡੇ ਹੁੰਦੇ ਹੀ ਇੱਦਾਂ ਨੇ ਕਿ ਉਹ ਚਾਹੁੰਦੇ ਕਿ ਉਹਨਾਂ ਨੂੰ ਰੋਕਿਆ ਨਾ ਜਾਵੇ। ਠੀਕ ਹੈ, ਸੋ ਇਹਦਾ ਜਿਹੜਾ ਸਹੀ ਆਪਸ਼ਨ ਹੈ ਉਹ ਹੈ ਆਪਸ਼ਨ B। ਐਜੂਕੇਸ਼ਨ ਡਜ਼ਨਟ ਬ੍ਰਿੰਗ ਅਬਾਊਟ ਸੋਸ਼ਲ ਚੇਂਜ, ਰੈਦਰ ਦਾ ਸੋਸ਼ਲ ਚੇਂਜ ਰਿਜ਼ਲਟਸ ਇਨਟੂ ਅ ਐਜੂਕੇਸ਼ਨਲ ਚੇਂਜ। ਠੀਕ ਹੈ, ਸਿੱਖਿਆ ਸਮਾਜਿਕ ਬਦਲਾਅ ਨਹੀਂ ਲਿਆਉਂਦੀ, ਬਲਕਿ ਸਮਾਜਿਕ ਬਦਲਾਅ ਦਾ ਨਤੀਜਾ ਸਿੱਖਿਅਕ ਬਦਲਾਅ ਵਜੋਂ ਨਿਕਲਦਾ ਹੈ। ਇਹ ਜਿਹੜੇ ਕਿਸ ਨੇ ਕਿਹਾ ਹੈ? ਸੋ ਜਿਹੜੀ ਇਹ ਲਾਈਨ ਹੈ ਇਹ ਕਹੀ ਹੈ ਜੀ ਐਮਿਲੀ ਡਰਖਿਮ ਨੇ। ਠੀਕ ਹੈ ਜੀ, ਜਿਹੜਾ ਇਹਦਾ ਸਹੀ ਆਪਸ਼ਨ ਕੀ ਹੈ ਜੀ? ਐਮਿਲੀ ਡਰਖਿਮ। ਸੋ ਅੱਗੇ ਚੱਲਦੇ ਹਾਂ ਜੀ। ਓਬਜ਼ਰਵੇਸ਼ਨਲ ਲਰਨਿੰਗ ਕੰਸਿਸਟਸ ਆਫ, ਨਿਰੀਖਕ ਅਧਿਐਨ, ਜਦੋਂ ਅਸੀਂ ਬੱਚੇ ਦਾ ਨਿਰੀਖਕ ਕਰਨਾ ਹੈ ਉਹਦੀ ਜਿਹੜੀ ਹੈ ਉਹਨੂੰ ਓਬਜ਼ਰਵ ਕਰਨਾ ਹੈ, ਉਹ ਕਹਿੰਦੇ ਉਹ ਕੀ ਮਤਲਬ ਕੰਸਿਸਟ ਆਫ, ਉਹ 'ਚ ਕੀ ਸ਼ਾਮਿਲ ਆ? ਅਟੈਂਸ਼ਨ ਐਂਡ ਰਿਟੈਂਸ਼ਨ, ਮਤਲਬ ਇਕਾਗਰਤਾ ਅਤੇ ਯਾਦ ਸ਼ਕਤੀ। ਅਟੈਂਸ਼ਨ ਐਂਡ ਰਿਨਫੋਰਸਮੈਂਟ, ਇਕਾਗਰਤਾ ਅਤੇ ਬਲ ਵਿਰਧੀ। ਹੁਣ ਦੇਖੋ ਅਸੀਂ ਬੱਚੇ ਨੂੰ ਓਬਜ਼ਰਵ ਕਰਨਾ ਹੈ, ਉਹਦੇ ਵਿੱਚ ਬਲ ਦੀ ਤਾਂ ਕੋਈ ਲੋੜ ਹੀ ਨਹੀਂ,
ਨਹੀਂ ਲੋੜ ਹੈ ਨਾ, ਇਕਾਗਰਤਾ ਦੀ ਹੋ ਸਕਦੀ ਹੈ ਪਰ ਬਲ ਦੀ ਲੋੜ ਨਹੀਂ। ਸੋ ਦੇਖੋ ਰੀਇਨਫੋਰਸਮੈਂਟ ਵਾਲਾ ਤਾਂ ਪੁਆਇੰਟ ਉੱਦਾਂ ਹੀ ਮਾਈਨਸ ਹੋ ਗਿਆ। ਇੱਥੇ ਫਿਰ ਇਨਫੋਰਸਮੈਂਟ ਦੀ ਗੱਲ ਕੀਤੀ ਹੈ, ਫਿਰ ਗਲਤ ਹੋ ਗਿਆ। ਸੋ ਸਾਡੇ ਕੋਲ ਦੋ ਆਪਸ਼ਨ ਹੀ ਰਹਿ ਗਈਆਂ, ਕਿਹੜੀ ਰਹਿ ਗਈ ਜੀ, 1 ਔਰ 3rd। ਸੋ ਇਹਦਾ ਆਨਸਰ ਕੀ ਹੈ ਜੀ, ਆਪਸ਼ਨ ਨੰਬਰ ਬੀ, ਜਿਹਦੇ ਵਿੱਚ ਇਕਾਗਰਤਾ ਅਤੇ ਯਾਦ ਸ਼ਕਤੀ ਜ਼ਰੂਰੀ ਹੈ। ਇਹਦਾ ਤੀਸਰਾ ਪੁਆਇੰਟ ਹੈ ਕਿ ਉਤਪਾਦਨ ਪ੍ਰਣਾਲੀ ਅਤੇ ਪ੍ਰੇਰਨਾ, ਪ੍ਰੋਡਕਸ਼ਨ ਪ੍ਰੋਸੈਸ ਐਂਡ ਮੋਟੀਵੇਸ਼ਨ, ਇਹ ਦੋ ਚੀਜ਼ਾਂ ਹੀ ਉਹਦੇ ਵਿੱਚ ਐਡ ਨੇ। ਠੀਕ ਹੈ। ਸਪੋਜ਼ ਯੂ ਗੈਟ ਅ ਪੰਜਾਬੀ ਮੀਡੀਅਮ ਸਟੂਡੈਂਟ, ਤੁਹਾਡੇ ਕੋਲ ਪੰਜਾਬੀ ਮੀਡੀਅਮ ਸਟੂਡੈਂਟ ਹੈ ਹੂ ਹੈਜ਼ ਲਰਨਡ ਹਿੰਦੀ, ਜਿਹਨੂੰ ਹਿੰਦੀ ਆਉਂਦੀ ਹੈ, ਸਿੱਖੀ ਹੋਈ ਹੈ। ਹੀ ਇਜ਼ ਗਿਵਨ 5 sentences ਟੂ ਬੀ ਟਰਾਂਸਲੇਟਡ ਫਰੋਮ ਪੰਜਾਬੀ ਟੂ ਹਿੰਦੀ। ਠੀਕ ਹੈ, ਉਹਨੂੰ 5 ਵਾਕ ਪੰਜਾਬੀ ਤੋਂ ਹਿੰਦੀ ਅਨੁਵਾਦ ਕਰਨ ਲਈ ਦਿੱਤੇ ਗਏ ਹਨ। ਇੱਕ ਮੁਲਾਂਕਣਕਰਤਾ ਦੇ ਤੌਰ 'ਤੇ ਤੁਸੀਂ ਉਸ ਵਿੱਚ ਕਿਹੜਾ ਪੱਖ ਦਾ ਮੁਲਾਂਕਣ ਕਰਨ ਦਾ ਯਤਨ ਕਰੋਗੇ? ਐਪਲੀਕੇਸ਼ਨ, ਵਰਤੋਂ, ਕਿ ਉਹ ਅਪਲਾਈ ਕਰੇ, ਨੌਲੇਜ ਗਿਆਨ, ਸਿੰਥਸਿਸ ਸੰਸਲੇਸ਼ਨ, ਅਤੇ ਡੀ ਹੈ ਸਮਝ। ਸੋ ਕੁਝ ਇਹਦਾ ਸਹੀ ਆਪਸ਼ਨ ਹੈ ਉਹ ਜੀ ਆਪਸ਼ਨ ਡੀ। ਅਸੀਂ ਕਿਹੜੇ ਪੱਖ ਦਾ ਮੁਲਾਂਕਣ ਕਰਨ ਦਾ ਯਤਨ ਕਰਾਂਗੇ ਜੀ? ਸਮਝ, ਅੰਡਰਸਟੈਂਡਿੰਗ, ਕਿ ਉਹ ਦੇਖੋ ਉਹ ਸੈਂਟੈਂਸ ਨੂੰ ਪੰਜਾਬੀ ਤੋਂ ਹਿੰਦੀ ਤਾਂ ਹੀ ਬਦਲ ਸਕੇਗਾ ਅਗਰ ਉਹ ਪੰਜਾਬੀ ਅੰਡਰਸਟੈਂਡ ਕਰ ਰਿਹਾ ਹੈ, ਉਸਨੂੰ ਉਹਦੇ ਬਾਰੇ ਥੋੜ੍ਹਾ ਬਹੁਤਾ ਪਤਾ ਹੈ ਨਾ। ਉਹ ਜੇਕਰ ਉਹ ਸਮਝ ਹੀ ਨਹੀਂ ਰਿਹਾ ਤਾਂ ਉਹ ਕਦੀ ਵੀ ਉਹਨੂੰ ਟਰਾਂਸਲੇਟ ਨਹੀਂ ਕਰ ਪਾਏਗਾ। ਸੋ ਇਹਦਾ ਸਹੀ ਆਨਸਰ ਕੀ ਹੈ ਜੀ, ਅੰਡਰਸਟੈਂਡਿੰਗ। ਦ ਸਲੋਗਨ ਆਫ ਲਰਨਿੰਗ ਵਿਦਾਊਟ ਬਰਡਨ ਵਾਜ਼ ਗਿਵਨ ਬਾਏ, ਕਿਹਨੇ ਕਿਹਾ? ਅਦੀਲ ਸ਼ਾਹ ਕਮੇਟੀ, ਠੀਕ ਹੈ, ਈਸ਼ਵਰ ਭਾਈ ਪਟੇਲ ਕਮੇਟੀ, ਮਥੁਰ ਕਮੇਟੀ ਜਾਂ ਯਸ਼ਪਾਲ ਕਮੇਟੀ। ਸੋ ਇਹਦਾ ਸਹੀ ਆਨਸਰ ਕੀ ਹੈ ਜੀ, ਡੀ, ਯਸ਼ਪਾਲ ਕਮੇਟੀ ਨੇ ਸਲੋਗਨ ਜਿਹੜਾ ਹੈ ਇਹ ਕੀਤਾ ਸੀਗਾ, ਨਾਅਰਾ ਦਿੱਤਾ ਸੀ ਕਿ ਬੋਝ ਬਿਨਾ ਅਧਿਐਨ, ਲਰਨਿੰਗ ਵਿਦਾਊਟ ਬਰਡਨ। 27 ਕੁਐਸਚਨ ਹੈ ਜੀ, ਇਨ ਸਮੇਟਿਵ ਇਵੈਲੂਏਸ਼ਨ ਵਿਚ ਆਫ ਦ ਫੋਲੋਇੰਗ ਮੋਡਸ ਇਜ਼ ਯੂਜ਼ਡ। ਸਮੇਟਿਵ ਇਵੈਲੂਏਸ਼ਨ, ਦੇਖੋ ਜੀ ਉੱਦਣ ਹੀ ਮੈਂ ਲਾਸਟ ਵੀਡੀਓ ਪਾਈ ਹੈ ਰੀਸੈਂਟ, ਜਿਹੜੀ ਮੈਂ ਇਵੈਲੂਏਸ਼ਨ ਉੱਤੇ ਪਾਈ ਹੈ, ਅਸੈਸਮੈਂਟ ਦੇ ਉੱਤੇ ਪਾਈ ਹੈ, ਉਹਦੇ ਵਿੱਚ ਆਪਾਂ ਪੜ੍ਹਿਆ ਹੈ ਕਿ ਜਿਹੜੀ ਸਮੇਟਿਵ ਹੈ ਉਹ ਕੀ ਹੁੰਦੀ ਹੈ, ਕਿ ਜਦੋਂ ਬੱਚਿਆਂ ਦੀ ਜਿਹੜੀ ਇਵੈਲੂਏਸ਼ਨ ਹੈ, ਅਸੈਸਮੈਂਟ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਇਨ ਦਾ ਐਂਡ ਆਫ ਦਾ ਟਰਮ, ਕਿ ਟਰਮ ਦੇ ਐਂਡ 'ਤੇ, ਬਿਲਕੁਲ ਠੀਕ ਹੈ। ਸੋ ਦੇਖੋ ਇਹਦੇ ਵਿੱਚ ਆਪਸ਼ਨ ਦੇਖਦੇ ਹਾਂ ਕਿ ਅਸਾਈਨਮੈਂਟ, ਬਿਲਕੁਲ ਨਹੀਂ, ਅਸਾਈਨਮੈਂਟ ਤਾਂ ਥੋੜ੍ਹੇ ਦਿਨਾਂ 'ਚ ਹੀ ਜਮ੍ਹਾਂ ਕਰਾਉਣੀ ਹੁੰਦੀ ਹੈ। ਗਰੁੱਪ ਵਰਕ ਨਹੀਂ, ਕਲਾਸਰੂਮ ਡਿਸਕਸ਼ਨ ਨਹੀਂ। ਸੋ ਇਹਦਾ ਸਹੀ ਆਨਸਰ ਹੈ ਕਿ ਇਹ ਐਨੂਅਲ ਐਗਜ਼ਾਮੀਨੇਸ਼ਨ। ਐਨੂਅਲ ਐਗਜ਼ਾਮੀਨੇਸ਼ਨ 'ਚ ਦੇਖੋ ਸਾਰਾ ਕੁਝ ਹੋ ਜਾਂਦਾ ਹੈ ਅਤੇ ਐਂਡ 'ਤੇ ਜਾ ਕੇ ਹੀ ਬੱਚੇ ਨੂੰ ਵੈਲਿਊਏਟ ਕੀਤਾ ਜਾਂਦਾ ਹੈ, ਉਹਨਾਂ ਦੇ ਨੰਬਰ ਸਾਰਾ ਕੁਝ ਕੀਤਾ ਜਾਂਦਾ ਹੈ। ਠੀਕ ਹੈ ਜੀ। ਸੋ ਇਹ ਯਾਦ ਰੱਖਣਾ, ਜਿੱਥੇ ਵੀ ਸਮੇਟਿਵ ਆ ਗਿਆ ਉਹਦਾ ਮਤਲਬ ਕਿ ਇਨ ਦਾ ਐਂਡ ਆਫ ਦਾ ਟਰਮ। 28ਵਾਂ ਵਿਚ ਆਫ ਦਾ ਫੋਲੋਇੰਗ ਇਜ਼ ਦਾ ਮੋਸਟ ਐਪਰੋਪਰੀਏਟ ਫਾਰਮ ਆਫ ਅਸੈਸਿੰਗ ਦਾ ਅਫੈਕਟਿਵ ਡੋਮੇਨ ਆਫ ਦਾ ਸਟੂਡੈਂਟ। ਅਫੈਕਟਿਵ ਡੋਮੇਨ ਮਤਲਬ ਕਿਹੜਾ ਵਿਦਿਆਰਥੀ ਦੀ ਪ੍ਰਭਾਵਸ਼ਾਲੀ ਖੇਤਰ ਦਾ ਮੁਲਾਂਕਣ ਕਰਨ ਤੋਂ ਸਭ ਤੋਂ ਵੱਧ ਢੁਕਵਾਂ ਰੂਪ ਹੈ। ਅਫੈਕਟਿਵ ਡੋਮੇਨ ਪਤਾ ਕਰਨ ਲਈ, ਠੀਕ ਹੈ ਜੀ, ਕਿ ਪ੍ਰਭਾਵਸ਼ਾਲੀ ਜਿਹੜਾ ਖੇਤਰ ਹੈ, ਕਿ ਉਹ ਇੰਟਰਵਿਊ ਦੇ ਜ਼ਰੀਏ ਪਤਾ ਕਰਾਂਗੇ? ਦੇਖੋ ਨਹੀਂ, ਕਿਉਂਕਿ ਇੰਟਰਵਿਊ ਦੇ ਵਿੱਚ ਬੱਚਾ ਇੱਕ ਤਰ੍ਹਾਂ ਤਿਆਰੀ ਕਰਕੇ ਜਾਂਦਾ ਹੈ। ਸੋ ਉਹਦੇ ਤੋਂ ਕਦੀ ਵੀ ਉਹ ਸਾਨੂੰ ਉਹਦੇ ਪ੍ਰਭਾਵ ਜਿਹੜਾ ਸ਼ਾਲੀ ਖੇਤਰ ਹੈ ਉਹਦੇ ਬਾਰੇ ਨਹੀਂ ਪਤਾ ਲੱਗਣਾ, ਹੈ ਨਾ। ਹੁਣ ਜਿਸ ਚੀਜ਼ ਬਾਰੇ ਉਸ ਬੱਚੇ ਨੂੰ ਨਹੀਂ ਵੀ ਪਤਾ ਹੋਊਗਾ ਉਹਦੀ ਵੀ ਮਤਲਬ ਕਹਿ ਲਓ ਕਿ ਉੱਪਰੋਂ ਉਹਦੀ ਤਿਆਰੀ ਕਰਕੇ ਆਵੇਗਾ। ਠੀਕ ਹੈ। ਦੇਖੋ ਕੁਐਸਚਨੇਅਰ ਉਹਨੂੰ ਕੁਐਸਚਨ ਆਨਸਰ ਪੁੱਛ ਕੇ ਵੀ ਨਹੀਂ ਆਏ, ਕਿਉਂਕਿ ਉਹਨੂੰ ਜਵਾਬ ਆਉਂਦੇ ਸਕਦੇ ਨੇ। ਠੀਕ ਹੈ ਨਾ। ਰਿਟਨ ਟੈਸਟ 'ਤੇ ਵੀ ਨਹੀਂ ਕਰ ਸਕਦੇ। ਸੋ ਉਹਦਾ ਆਨਸਰ ਕੀ ਹੈ ਜੀ, ਆਪਸ਼ਨ ਬੀ, ਕਿ ਉਸ ਬੱਚੇ ਨੂੰ ਅਸੀਂ ਜੇ ਪ੍ਰਭਾਵਸ਼ਾਲੀ ਉਹਦਾ ਖੇਤਰ ਜਿਹੜਾ ਉਹਦਾ ਮੁਲਾਂਕਣ ਕਰਨਾ ਹੈ, ਸਾਨੂੰ ਉਹਨੂੰ ਓਬਜ਼ਰਵ ਕਰਨਾ ਪੈਣਾ। ਦੇਖੋ ਜਦੋਂ ਅਸੀਂ ਸਾਹਮਣੇ, ਜਦੋਂ ਆਪਾਂ ਕਹਿੰਦੇ ਹਾਂ ਨਾ ਜੀ ਇੱਕ ਦੂਜੇ ਦਾ ਅਸੀਂ ਸਾਹਮਣੇ ਬੈਠੀ ਹੋਈ, ਅਸੀਂ ਇੱਕ ਦੂਜੇ ਨੂੰ ਜਲਦੀ ਸਮਝ ਸਕਦੇ ਹਾਂ, ਕਿਉਂਕਿ ਅਸੀਂ ਉਹਦੇ ਫੇਸ ਐਕਸਪ੍ਰੈਸ਼ਨ ਦੇਖ ਸਕਦੇ ਹਾਂ। ਅਗਰ ਉਹ ਨਿਰਾਸ਼ ਹੋ ਰਿਹਾ ਹੈ, ਠੀਕ ਹੈ, ਅਗਰ ਉਹਨੂੰ ਮਤਲਬ ਉਹਨੂੰ ਕੋਈ ਟੈਸਟ ਜਾਂ ਆਪਾਂ ਦਿੱਤਾ ਹੈ ਉਹ ਨਹੀਂ ਕਰ ਪਾ ਰਿਹਾ, ਉਹਦੇ ਚਿਹਰੇ 'ਤੇ ਸਾਨੂੰ ਪਤਾ ਲੱਗੇਗਾ। ਸੋ ਅਸੀਂ ਉਹਨੂੰ ਓਬਜ਼ਰਵ ਕਰ ਪਾਵਾਂਗੇ ਜਦੋਂ ਉਹ ਸਾਡੇ ਸਾਹਮਣੇ ਹੋਵੇਗਾ। ਠੀਕ ਹੈ, ਇਸ ਲਈ ਸਹੀ ਆਨਸਰ ਕੀ ਹੈ ਜੀ, ਓਬਜ਼ਰਵੇਸ਼ਨ। ਨੈਕਸਟ ਹੈ ਜੀ, ਪ੍ਰਣਵ ਸੀਮਸ ਟੂ ਬੀ ਓਵਰਲੋਡਡ ਵਿਦ ਐਨਰਜੀ, ਹੀ ਬਾਉਂਸਿਸ on his seat and frequently interrupt other. It is difficult for him to focus and listen to his teachers. He is more likely to belong to which of the following categories? ਠੀਕ ਹੈ ਜੀ, ਕਹਿੰਦੇ ਇੱਕ ਬੱਚਾ ਆ ਜਿਹੜਾ ਕਿ ਜਿਹਦੇ ਵਿੱਚ ਊਰਜਾ ਜਿਹੜੀ ਓਵਰਲੋਡ ਹੋ ਰਹੀ ਹੈ, ਬਹੁਤ ਜ਼ਿਆਦਾ ਉਹ ਐਕਟਿਵ ਹੈ, ਉਹ ਆਪਣੀ ਸੀਟ 'ਤੇ ਉਛਲਦਾ ਹੈ ਅਤੇ ਲਗਾਤਾਰ ਹੋਰਨਾਂ ਦੇ ਕੰਮ 'ਚ ਵਿਘਨ ਪਾਉਂਦਾ ਹੈ। ਇਸ ਲਈ ਅਧਿਆਪਕ ਦੇ ਧਿਆਨ ਕੇਂਦਰ ਕਰਨਾ ਅਤੇ ਸੁਣਨਾ ਔਖਾ ਹੈ। ਹੇਠ ਦਿੱਤਿਆਂ ਵਿੱਚੋਂ ਕਿਹੜੀ ਸ਼੍ਰੇਣੀ
ਨਾਲ ਸੰਬੰਧ ਰੱਖਦੇ ਹੋਣ ਦੀ ਸੰਭਾਵਨਾ ਹੈ। ਉਹ ਬੱਚੇ ਦੇ ਰਿਗਾਰਡਿੰਗ ਗੱਲ ਹੈ ਕਿ ਉਹ ਉਹਦੇ ਅੰਦਰ ਉਹ ਕਿਹੜੀ ਸ਼੍ਰੇਣੀ ਦੇ ਵਿੱਚ ਹੋਵੇਗਾ। ਐਨ ਇਮੋਸ਼ਨਲੀ ਡਿਸਟਰਬਡ ਚਾਈਲਡ, ਨਹੀਂ, ਜੇ ਜਿਹੜਾ ਇਮੋਸ਼ਨਲੀ ਡਿਸਟਰਬ ਹੁੰਦਾ ਉਹ ਕਦੀ ਵੀ ਇੱਦਾਂ ਉਛਲਦਾ ਨਹੀਂ। ਬੀ ਆਪਸ਼ਨ ਅਟੈਂਸ਼ਨ ਡੈਫਿਸਿਟ ਹਾਈਪਰ ਐਕਟੀਵਿਟੀ ਡਿਸਆਰਡਰ, ਦੇਖੋ ਇਹ ਹੋ ਸਕਦਾ ਹੈ। ਅਟੈਂਸ਼ਨ ਸਪੈਕਟਰਮ ਡਿਸਆਰਡਰ, ਅਟੈਂਸ਼ਨ ਸਪੈਕਟਰਮ ਡਿਸਆਰਡਰ ਨਹੀਂ। ਡਾਇਸਪ੍ਰੈਕਸੀਆ, ਦੇਖੋ ਇਹ ਵੀ ਨਹੀਂ ਹੈਗਾ। ਠੀਕ ਹੈ, ਸੋ ਇਹਦਾ ਸਹੀ ਆਨਸਰ ਕੀ ਹੈ ਜੀ, ਆਪਸ਼ਨ ਬੀ ਅਟੈਂਸ਼ਨ ਡੈਫਿਸਿਟ ਹਾਈਪਰ ਐਕਟੀਵਿਟੀ। ਉਹਦੀ ਜਿਹੜੀ ਹਾਈਪਰ ਐਕਟੀਵਿਟੀ ਹੋਣ ਲੱਗ ਜਾਂਦੀ ਹੈ, ਅਗਰ ਉਹ ਕੋਈ ਵੀ ਕੰਮ ਕਰਦਾ ਉਹਦੇ ਵਿੱਚ ਉਹ ਹਾਈਪਰ ਹੋ ਜਾਂਦਾ ਹੈ, ਐਕਸਟਰਾ ਐਕਸਾਈਟਿਡ ਹੋ ਜਾਂਦਾ ਹੈ। ਐਕਸਟਰਾ ਜਿਹੜਾ ਹੈ ਉਹ ਐਕਸਾਈਟਿਡ ਜਿਹੜਾ ਹੈ ਉਹ ਹੋ ਜਾਂਦਾ ਹੈ। ਠੀਕ ਹੈ ਜੀ, ਸੋ ਅੱਜ ਦੀ ਇਸ ਵੀਡੀਓ ਦਾ ਲਾਸਟ ਕੁਐਸਚਨ ਕੀ ਹੈ ਜੀ, ZPD stands for zone of proximal development, zone of proximal development, zone with proximal development ਜਾਂ zone for proximate development। ਸੋ ਜਿਹੜਾ ਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਬੀ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਠੀਕ ਹੈ, ਇਹ ਦੇਖੋ ਇਹਦੇ ਵਿੱਚ ਇਹਨਾਂ ਨੇ ਕਨਫਿਊਜ਼ ਕਰਨ ਲਈ ਬਿਲਕੁਲ ਥੋੜ੍ਹਾ ਚੇਂਜ ਕੀਤਾ ਹੈ। ਠੀਕ ਹੈ, ਸੋ ਤੁਸੀਂ ਪਹਿਲੀ ਗੱਲ ਤਾਂ ਯਾਦ ਰੱਖਣੀ ਹੈ ਜੀ, ਪ੍ਰੋਕਸੀਮਲ ਆਉਣਾ ਹੈ, ਠੀਕ ਹੈ, ਔਰ ਆਫ ਆਉਣਾ ਹੈ, ਆਫ ਪ੍ਰੋਕਸੀਮਲ ਡਿਵੈਲਪਮੈਂਟ। ਠੀਕ ਹੈ, ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ। ਉਮੀਦ ਹੈ ਤੁਹਾਨੂੰ ਜਿਹੜੀ ਇਹ ਵੀਡੀਓ ਹੈ ਪਸੰਦ ਆਏਗੀ, ਵਧੀਆ ਲੱਗੀ ਹੋਏਗੀ, ਤੁਹਾਨੂੰ ਨੌਲੇਜ ਵੀ ਇਸ 'ਚੋਂ ਮਿਲੀ ਹੋਵੇਗੀ। ਥੋੜ੍ਹਾ ਬਹੁਤਾ ਤੁਹਾਨੂੰ ਇਹ ਵੀ ਪਤਾ ਲੱਗ ਜਾਏਗਾ, ਅੰਦਾਜ਼ਾ ਵੀ ਲੱਗ ਜਾਏਗਾ ਕਿਸ ਟਾਈਪ ਦੇ ਜਿਹੜੇ ਕੁਐਸਚਨਸ ਨੇ ਉਹ ਆਉਂਦੇ ਨੇ। ਠੀਕ ਹੈ, ਸੋ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ। ਸੋ ਜਿਹੜੀ ਇਸ ਵੀਡੀਓ ਦੇ ਵਿੱਚ ਆਪਾਂ ਕੁਐਸਚਨ ਕੀਤੇ ਹਨ ਉਹਦੀ ਜਿਹੜੀ PDF ਹੈ ਉਹ ਮੈਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਅਪਲੋਡ ਕਰ ਦਿੱਤੀ ਹੈ, ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ। ਸੋ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।